सब सुनिए, नाम 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 सब सुनिए। पढ़िए गुनिए, नाम सब सुनिए, पढ़िए गुनिए, नाम सब सुनिए, पढ़िए सब सुनिए, नाम 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 सब सुनिए। लोहा कंचन हिरन होए कैसे, लोहा कंचन हिरन होए कैसे, लोहा कंचन हिरन होए कैसे, कैसे कैसे लोहा लोहा कंचन हिरन हुए कैसे, हिरन हुए कैसे, हिरन हुए कैसे, लोहा कंचन हिरन हुए कैसे। ट्रक के रस्त लैके जाने सी हरिद्वार नूं ते मैं देखिया स्टेयरिंग के उत्ते लिखिया आ, उन्होंने पहली गल लिखी कि पहला सिमर करतार नूं स्टेयरिंग पकड़ी फेर, पहला सिमर
ਕਰਤਾਰ ਨੂੰ ਸਟੀਅਰਿੰਗ ਪਕੜੀ ਫੇਰ ਤੇ ਫੇਰ ਸਿਮਰ ਉਸਤਾਦ ਨੂੰ ਜੇ ਲਾਉਣੇ ਦੱਸੇ ਘੇਰ। ਇਹ ਫੇਰ ਹੀ ਦੋਹਾਂ ਨੂੰ ਆਪਾਂ ਯਾਦ ਕਰੀਏ। ਸਾਡੇ ਬਾਬਾ ਜੀ ਕਰਦੇ ਸੀ ਵੀ ਸਾਰੀ ਸ੍ਰਿਸ਼ਟੀ ਦਾ ਮਾਲਕ ਜੋ ਪਰਮਾਤਮਾ ਉਹਨੂੰ ਆਪਾਂ ਪਹਿਲਾਂ ਯਾਦ ਕਰੀਏ ਫਿਰ ਉਹ ਸਾਡੇ ਸਹਾਈ ਹੁੰਦਾ। ਹੁਣ ਨਸ਼ੇ ਬੋਤਲਾਂ ਪੀ ਕੇ ਬਹਿ ਜਾਂਦੇ ਆ ਸਟੀਅਰਿੰਗਾਂ ਦੇ ਉੱਤੇ ਤੇ ਪਤਾ ਲੱਗਦਾ ਫਿਰ ਰਿਜ਼ਲਟ ਕੀ ਹੁੰਦਾ। ਇਸ ਕਰਕੇ ਆਪਾਂ ਵੀ ਮਾਲਕ ਦਾ ਨਾਂ ਲਈਏ। ਡਰਨਾ ਚਾਹੀਦਾ ਮਾਲਕ ਤੋਂ। ਆ ਦੇਖੋ ਸਾਰੀ ਦੁਨੀਆ ਡਰ ਰਹੀ ਆ। ਜਿਹੜੇ ਅੱਜ ਕੱਲ੍ਹ ਅਮਰੀਕਾ ਕੈਨੇਡਾ ਬੜੀਆਂ ਕੰਟਰੀਆਂ ਹੈ ਨਾ ਬਹੁਤ ਤਾਹਾਂ ਨੂੰ ਸਿਰ ਚੱਕੇ ਸੀਗੇ ਉਹ ਸਾਰਿਆਂ ਦੇ ਨੀਵੇਂ ਕਰ ਦਿੱਤੇ ਉਹਨੇ ਤੇ ਸਾਰੇ ਡਰ ਰਹੇ ਆ। ਮਾਰੇ ਕਹਿੰਦੇ ਧਰਤ ਆਕਾਸ਼ ਧਰਤੀ ਵੀ ਡਰਦੀ ਆ ਆਕਾਸ਼ ਵੀ ਡਰਦਾ ਸਾਰੀ ਦੁਨੀਆ ਡਰਦੀ ਆ। ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾਨਤ। ਆ ਸੂਰਜ ਸਾਡੇ ਬਾਬਾ ਜੀ ਨੇ ਸਵੇਰੇ ਅੰਦਰੋਂ ਨਿਕਲਣਾ ਤੇ ਬਾਹਰ ਘੜੀ ਲੈ ਕੇ ਚਲੇ ਜਾਣਾ ਤੇ ਮੈਂ ਦੇਖਣਾ ਵੀ ਬਾਬਾ ਜੀ ਘੜੀ ਲੈ ਕੇ ਬਾਹਰ ਨੂੰ ਸਵੇਰੇ ਦੌੜਦੇ ਆ। ਗੱਲ ਕੀ ਆ ਮੈਂ ਮਗਰ ਚਲੇ ਗਿਆ। ਜਦੋਂ ਗਿਆ ਤੇ ਉਹਨਾਂ ਨੇ ਘੜੀ ਸੂਰਜ ਦੇ ਨਾਲ ਮਿਲਾਉਂਦੇ ਜੋ ਸੂਰਜ ਦੀ ਟਿੱਕੀ ਉਦੋਂ ਹੁੰਦੀ ਨਾ ਤੇ ਉਸ ਵੇਲੇ ਉਹ ਲਿਖਿਆ ਸਾਡੇ ਜੋਤਿਸ਼ ਦੇ ਵਿੱਚ ਲਿਖਿਆ ਕਿ ਇੰਨੇ ਵੱਜ ਕੇ ਇੰਨੇ ਮਿੰਟ ਤੇ ਸੂਰਜ ਨੇ ਉਦੇ ਹੋਣਾ ਔਰ ਇੰਨੇ ਵੱਜ ਕੇ ਇੰਨੇ ਮਿੰਟ ਤੇ ਸੂਰਜ ਅਸਤ ਹੋਣਾ। ਤੇ ਜੇ ਉਹ ਸਵੇਰੇ ਭੁੱਲ ਜਾਂਦੇ ਸੀ ਸ਼ਾਮ ਨੂੰ ਫੇਰ ਖੜ ਜਾਣਾ ਉਹਨਾਂ ਨੇ ਕੋਠੇ ਤੇ ਕਿ ਕਦੋਂ ਸੂਰਜ ਅਸਤ ਹੁੰਦਾ ਤੇ ਮੈਂ ਘੜੀ ਆਪਣੀ ਸੈੱਟ ਕਰ ਲਵਾਂ। ਤੇ ਇਹ ਜਿਹੜਾ ਸੂਰਜ ਆ ਮਾਰੇ ਕਹਿੰਦੇ ਭੈ ਵਿੱਚ ਸੂਰਜ ਭੈ ਵਿੱਚ ਚੰਦ 15 ਦਿਨਾਂ ਦੇ ਵਿੱਚ ਜਿਹੜੀ ਮੱਸਿਆ ਹੈ ਨਾ ਮਹੀਨੇ ਬਾਅਦ ਆਉਣੀ ਆ ਔਰ ਮਹੀਨੇ ਬਾਅਦ ਪੂਰਨਮਾ ਮਤਲਬ ਪੂਰਨਾ ਜਦੋਂ ਚੰਦਰਮਾ ਪੂਰਨ ਹੋ ਜਾਂਦਾ ਉਹਨੂੰ ਪੂਰਨਮਾ ਕਹਿੰਦੇ ਆ। ਅਮਾਵਸ ਕਹਿੰਦੇ ਜਿਸ ਵੇਲੇ ਉਹ ਚੰਦਰਮਾ ਛਿਪ ਜਾਂਦਾ ਮਤਲਬ ਦਿਖਦਾ ਨਹੀਂ ਹੈਗਾ। ਤੇ ਉਹ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾਨਤ। ਕਰੋੜਾਂ ਮੀਲਾਂ ਉਹ ਰੋਜ਼ ਕਰਦਾ ਸੂਰਜ ਔਰ ਕਰੋੜਾਂ ਮੀਲ ਚੰਦਰਮਾ ਕਰਦਾ ਤੇ ਤਾਰੇ ਕਰਦੇ ਆ। ਇਹ ਆਪਾਂ ਆਪਣੇ ਟਾਈਮ ਨਾਲ ਉਹਦੇ ਹੁੰਦੇ ਆ ਪਰ ਬੰਦਾ ਜਿਹੜਾ ਇਹ ਨਹੀਂ ਮੰਨਦਾ। ਬੰਦਾ ਨਾ ਕਿਸੇ ਨੂੰ ਨਹੀਂ ਮੰਨਦਾ। ਬੰਦਾ ਉਦੋਂ ਮੰਨਦਾ ਜਦੋਂ ਸਿਰ ਪੈਂਦੀ ਆ। ਉਹ ਮਹਾਂਪੁਰਸ਼ਾਂ ਨੂੰ ਪੁੱਛਿਆ ਕਹਿੰਦੇ ਰੱਬ ਖੁਸ਼ ਕਦੋਂ ਹੁੰਦਾ ਤੇ ਮਹਾਂਪੁਰਸ਼ ਕੇ ਚੁੱਪ ਰਹੇ ਕਹਿੰਦੇ ਕੋਈ ਨਹੀਂ ਇਹ ਬਾਦਸ਼ਾਹ ਦੀ ਗੱਲ ਹੈ ਬਾਦਸ਼ਾਹ ਆਪੇ ਇਹਦਾ ਰਿਜ਼ਲਟ ਕੱਢੂਗਾ। ਤੇ ਉਹਨਾਂ ਨੇ ਜਾ ਕੇ ਬਾਦਸ਼ਾਹ ਨੇ ਆਪਣੇ ਵਜ਼ੀਰਾਂ ਨੂੰ ਪੁੱਛ ਲਿਆ ਕਹਿੰਦੇ ਰੱਬ ਖੁਸ਼ ਕਦੋਂ ਹੁੰਦਾ ਤੇ ਰੱਬ ਕਰਦਾ ਕੀ ਆ। ਉਹਨਾਂ ਨੇ ਰੱਬ ਖਾਂਦਾ ਕੀ ਆ। ਇਹ ਤਿੰਨ ਗੱਲਾਂ ਫਿਰ ਵਜ਼ੀਰ ਕੋਲੋਂ ਪੁੱਛ ਲਈਆਂ ਬਾਦਸ਼ਾਹ ਨੇ ਤੇ ਹੁਣ ਉਹਨਾਂ ਨੂੰ ਆਉਂਦੀਆਂ ਨਹੀਂ ਉਹ ਕਿਉਂਕਿ ਉਹਦਾ ਅੱਜ ਇੱਥੇ ਡਿਊਟੀ ਲਾ ਦਿਓ ਬਾਦਸ਼ਾਹ ਨੇ ਆਉਣਾ ਇੱਥੋਂ ਦੀ ਲੰਘਣਾ ਤੇ ਇੱਥੋਂ ਦੀ ਲੰਘਣਾ ਇੱਦਾਂ ਕਰ ਦਿਓ ਆਹ ਕਰ ਦਿਓ। ਪਰ ਪਰਮਾਤਮਾ ਬਾਰੇ ਤਾਂ ਮਹਾਂਪੁਰਸ਼ ਹੀ ਜਾਣਦੇ ਨਾ। ਤੁਸੀਂ ਜਾਣਦੇ ਸਾਰੇ ਜਗਿਆਸੂ ਜਨ ਜਿੰਨੇ ਵੀ ਸਤਸੰਗੀ ਆ ਉਹ ਸਾਰੇ ਜਾਣਦੇ ਵੀ ਪਰਮਾਤਮਾ ਸਾਰੇ ਵਿਆਪਕ ਆ। ਉਹ ਕਹਿੰਦੇ ਖੁਸ਼ ਕਦੋਂ ਹੁੰਦਾ ਤੇ ਖਾਂਦਾ ਕੀ ਆ ਤੇ ਕਰਦਾ ਕੀ ਆ। ਹੁਣ ਕਿਸੇ ਦੇਖਿਆ ਹੋਵੇ ਤੇ ਫੇਰ ਹੀ ਕੋਈ ਦੱਸੇ। ਉਹ ਫਿਰ ਇੱਕ ਮਹਾਂਪੁਰਸ਼ ਕਹਿਣ ਲੱਗੇ ਕੋਈ ਨਹੀਂ। ਉਹਨਾਂ ਨੇ ਆਪਣਾ ਬੇਟਾ ਭੇਜਿਆ ਕਹਿੰਦੇ ਜਾ ਤੂੰ ਇਹਦਾ ਜਵਾਬ ਦੇ ਕੇ ਆ। ਉਹ ਜਿਸ ਵੇਲੇ ਗਿਆ ਤੇ ਉਹਨਾਂ ਨੂੰ ਬੜਾ ਸਵਾਗਤ ਕੀਤਾ ਕਹਿਣ ਲੱਗੇ ਵੀ ਰੱਬ ਕਰਦਾ ਕੀ ਆ। ਬਾਦਸ਼ਾਹ ਕਹਿੰਦਾ ਜੇ ਕਿਸੇ ਪੁੱਛਣਾ ਹੋਵੇ ਨਾ ਹੁਣ ਤੁਸੀਂ ਜਿਸ ਵੇਲੇ ਡਾਕਟਰ ਸਾਹਿਬ ਤੁਹਾਡਾ ਟ੍ਰੀਟਮੈਂਟ ਕਰਦੇ ਨਾ ਤੁਹਾਨੂੰ ਅੰਦਰ ਲਿਜਾ ਕੇ ਬੈੱਡ ਤੇ ਲੰਮੇ ਪਾਉਂਦੇ ਆ। ਖੜਿਆਂ ਦਾ ਜਾਂ ਇੱਦਾਂ ਉੱਦਾਂ ਤੁਰੇ ਚੱਲ ਜਾਂਦਾ ਪ੍ਰੈਸ਼ਰ ਨਹੀਂ ਹੁੰਦਾ ਠੀਕ ਹੈ ਨਾ ਡਿਸਿਪਲਿਨ ਆ। ਤੇ ਜੇ ਕਿਸੇ ਕੋਈ ਗੱਲ ਵੀ ਕਰਨੀ ਆ ਆਪਣੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰੇ ਤਾਂ ਫਿਰ ਉਹ ਤੁਹਾਡੀਆਂ ਜਿਹੜੀਆਂ ਅਰਦਾਸਾਂ ਮਨਜ਼ੂਰ ਹੁੰਦੀਆਂ। ਤੇ ਜੇ ਉੱਤੇ ਜਾ ਕੇ ਖੜ ਜਾਵੇ ਮੇਰਾ ਕੰਮ ਕਰੋ ਕਦੀ ਕੋਈ ਕੰਮ ਨਹੀਂ ਕਰਦਾ। ਉਹ ਮਹਾਰਾਜ ਕਹਿੰਦੇ ਨਿਯਮ ਹੁੰਦੇ ਆ। ਫਿਰ ਉਹ ਜਿਹੜਾ ਜਗਿਆਸੂ ਸੀ ਨਾ ਸੰਤਾਂ ਦਾ ਜਿਹੜਾ ਸੇਵਕ ਸੀਗਾ ਉਹ ਕਹਿੰਦਾ ਵੀ ਬਾਦਸ਼ਾਹ ਜੇ ਤੂੰ ਮੇਰੇ ਤੋਂ ਗੱਲ ਪੁੱਛਣੀ ਤੇ ਫਿਰ ਤੂੰ ਕੁਰਸੀ ਛੱਡ ਤੇ ਇੱਥੇ ਬੈਠ ਮੈਂ ਫਿਰ ਤੈਨੂੰ ਗੱਲ ਦੱਸੂਗਾ। ਤੇ ਜਿਸ ਵੇਲੇ ਉਹ ਕੁਰਸੀ ਤੇ ਬੈਠਿਆ ਬਾਦਸ਼ਾਹ ਥੱਲੇ ਆ ਗਿਆ ਕਹਿੰਦਾ ਕੋਈ ਗੱਲ ਨਹੀਂ ਮੈਂ ਤਾਂ ਗੱਲ ਪੁੱਛਣੀ ਮੈਨੂੰ ਗੱਲ ਦੱਸੋ ਰੱਬ ਕਰਦਾ ਕੀ ਆ। ਤੇ ਮੈਂ ਦੇਖਿਆ ਨਹੀਂ ਵੀ ਜਿਹਨਾਂ ਦੇਖਿਆ ਉਹਨਾਂ ਨੂੰ ਪਤਾ ਹੁੰਦਾ। ਤੇ ਬਾਦਸ਼ਾਹ ਕਹਿੰਦਾ ਹੱਥ ਜੋੜ ਕੇ ਉਹਨੂੰ ਜਿਹੜੇ ਜਗਿਆਸੂ ਬੈਠੇ ਸੀ ਕੁਰਸੀ ਤੇ ਕਹਿੰਦੇ ਕੀ ਕਰਦਾ ਰੱਬ ਕਹਿੰਦੇ ਤੈਨੂੰ ਅਜੇ ਪਤਾ ਨਹੀਂ ਲੱਗਿਆ ਮੈਂ ਤਾਂ ਖੇਤਾਂ 'ਚ ਕੰਮ ਕਰਨ ਵਾਲਾ ਆ ਘਾਹ ਖੋਤਣ ਵਾਲਾ ਆ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ। ਜੇ ਉਹਦੀ ਮਾਲਕ ਦੀ ਰਜਾ ਹੈ ਨਾ ਉਹਦੀ ਸੋਚ ਹੈ ਮੈਂ ਤਾਂ ਖੇਤਾਂ 'ਚ ਕੰਮ ਕਰਨ ਵਾਲਾ ਘਾਹ ਖੋਤਣੇ ਵਾਲਾ ਤੇ ਮੈਂ ਗੱਦੀ ਤੇ ਕਿੱਦਾਂ ਬੈਠ ਗਿਆ। ਇਹ ਰੱਬ ਦੇ ਕੰਮ ਆ ਇੱਦਾਂ ਦੇ ਕੰਮ ਕਰਦਾ ਉਹ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਖਲ ਮੂਰਖ ਤੇ ਪੰਡਤ ਕਰ ਦੋ ਪੰਡਤ ਤੇ ਮੁਗਧਾਰੀ। ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ। ਤੇ ਜਿਹੜਾ ਆਕਾਸ਼ਾਂ ਵਿੱਚ ਨਾ ਉੱਪਰ ਉਡਾਰੀਆਂ ਮਾਰਦਾ ਫਿਰਦਾ ਜੇ ਅਮਰੀਕਾ ਕੈਨੇਡਾ ਬੜੀਆਂ ਕੰਟਰੀਆਂ ਟੀਕਾ ਮਾਰਦੀਆਂ ਸੀਗੀਆਂ ਅੱਜ ਸਾਰੇ ਨੀਵੀਆਂ ਪਾ ਕੇ ਬੈਠ ਗਏ ਆ ਕਿਉਂਕਿ ਉਹਦਾ ਹੁਕਮ ਆ ਜੋ ਤੇਰਾ ਹੁਕਮ ਤੇਵੇਂ ਤੇ ਹੋਣਾ। ਤੇ ਇਹ ਮਾਲਕ ਦੀ ਇਹ ਰਜਾ ਹੈਗੀ ਆ। ਤੇ ਰੱਬ ਖਾਂਦਾ ਕੀ ਆ ਹੰਕਾਰ। ਹਰ ਜੀ ਹੰਕਾਰ ਨਾਲ ਭਾਵੀ ਵੇਦ ਕੂਕ ਸੁਣਾਵੇ ਕਹਿੰਦੇ ਹੰਕਾਰ ਨੂੰ ਖਾਂਦਾ ਪਰਮਾਤਮਾ। ਜਦੋਂ ਅੰਦਰ ਹੰਕਾਰ ਆ ਜਾਂਦਾ ਉਹ ਫਿਰ ਬਹੁਤ ਕੁਛ ਕਰਦਾ ਗਰੀਬਾਂ ਨੂੰ ਵੀ ਸਤਾਉਂਦਾ ਆਪਣੀ ਦਾਦਾਗਿਰੀ ਵੀ ਕਰਦਾ ਸਾਰਾ ਕੁਝ ਕਰਦਾ। ਫਿਰ ਉਹ ਦੇਖਦਾ ਨਾਸਾ ਗਰੀਬ ਨੂੰ ਗਰੀਬ ਬੋਲੇਗਾ ਮਤਲਬ ਗਰੀਬ ਅਰਦਾਸ ਕਰ ਦਊਗਾ
सुनेगा उसका मालिक तो जड़ से खो देगा। जो मालिक ने सुन ली ना गल ओदी ते फिर तेरियां जड़ां उखाड़ दूगा वो। इस करके गरीब नूं ना सता। अजकल हो रहा सारा कुछ गरीबां नूं सता रहे सारे बम्मा बड़वड़ियां सरकारां कोई भी हैगा, इन्हां दा परिणाम जिहड़ा बहुत माड़ा है। गरीब नूं नहीं सताउणा चाहीदा, गरीब दे अपना जिन्ना हो सके उहदी मदद करनी चाहिदी है। तो दूसरा कहते भी करदा की आ खांदा की आ ते खुश कदों हुंदा। परमात्मा खुश भी हुंदा ना, ते खुश उदों हुंदा जिहड़ा कोई नाम नहीं जपदा, बंदगी नहीं करदा, गुरुद्वारे नहीं जांदा, जाके सेवा नहीं करदा। हुण असीं गुरुद्वारे ते सारे जांदे आ, रोटी रोटी खा के भांडे भी उत्थे सिੱਟਿਆ ते नाल कोई होर ही मांज देवे। ते गुरु अमरदास महाराज जी ने 82 साल दे विच बर्तन मांजे आ, झाड़ू फेरे आ, लकड़ां ढोईਆਂ 82 साल ਦੀ ਉਮਰ ਦੇ ਵਿੱਚ। ਤੇ ਆਪਾਂ ਉਹਨਾਂ ਤੋਂ ਸੋਝੀ ਨਹੀਂ ਲਈ, ਆਪਾਂ ਨੂੰ ਮੱਥਾ ਟੇਕਦੇ ਮਹਾਰਾਜ ਧੰਨ ਆ ਤੁਸੀਂ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ। ਪਰ ਜਿਹੜਾ ਉਹਨਾਂ ਨੇ ਕੰਮ ਕੀਤਾ ਉਹ ਆਪਾਂ ਉਹ ਦੇਖਿਆ ਹੀ ਨਹੀਂ ਉੱਧਰ ਨੂੰ। ਠੀਕ ਹੈ ਨਾ। ਇੱਕ ਮਾਈ ਗਈ ਉਹ ਰਾਸ਼ਨ ਲੈਣ ਵਾਸਤੇ, ਤੋਂ ਜਿਹੜਾ ਸੀ ਰਾਸ਼ਨ ਬਣਦਾ ਨਾ, ਉਹ ਕਹਿੰਦਾ ਮਾਤਾ ਰੁਕ ਜਾ, ਜਿਹੜਾ ਰੌਲੀ ਬਹੁਤ ਪਾਉਂਦੀਆਂ ਨਾ, ਮਾਤਾ ਮੇਰੀ ਵਾਰੀ ਆ ਜਾਵੇ, ਮੇਰੀ ਵਾਰੀ ਆ ਜਾਵੇ, ਮੈਂ ਕਿਤੇ ਰਹਿ ਨਾ ਜਾਵਾਂ। ਤੇ ਜਿਸ ਵੇਲੇ ਉਹ ਬਾਰੀ ਲੰਮੀ ਲੈਣ ਸੀ, ਉਹ ਕਹਿੰਦੇ ਮਾਤਾ ਲੈਣ ਦੇ ਵਿੱਚ ਆ। ਤੇ ਜਦੋਂ ਲੈਣ ਦੇ ਵਿੱਚ ਉਹਦੇ ਕੋਲ ਪਹੁੰਚੀ ਮੈਨੇਜਰ ਦੇ ਕੋਲ, ਤੇ ਉਹ ਕਹਿੰਦੇ ਲਿਆ ਮਾਤਾ ਰਾਸ਼ਨ ਕਾਰਡ ਲਿਆ। ਕਹਿੰਦੀ ਰਾਸ਼ਨ ਕਾਰਡ ਤਾਂ ਘਰੇ ਹੀ ਰਹਿ ਗਿਆ। ਇਸ ਕਰਕੇ ਆਪਾਂ ਘਰੇ ਹੀ ਛੱਡ ਜਾਂਦੇ ਸਾਰੀਆਂ ਗੱਲਾਂ। ਜਿੱਥੇ ਲੋੜ ਆ ਉੱਥੇ ਨਹੀਂ ਆਪਾਂ ਲੈ ਕੇ ਜਾਂਦੇ ਕੁਝ ਵੀ। ਠੀਕ ਹੈ ਨਾ। ਆਪਾਂ ਨੂੰ ਕੁਛ ਨਾ ਕੁਛ ਗ੍ਰਹਿਣ ਕਰਨਾ ਚਾਹੀਦਾ। ਤੇ ਮਹਾਰਾਜ ਕਹਿੰਦੇ ਉਦੋਂ ਖੁਸ਼ ਹੁੰਦਾ ਪਰਮਾਤਮਾ ਜਦੋਂ ਤੁਸੀਂ ਉਹਦੀ ਬੰਦਗੀ ਨਹੀਂ ਕਰਦੇ। ਤੇ ਘਰਾਂ 'ਚ ਬਿਮਾਰੀਆਂ ਪੈਂਦੀਆਂ ਔਰ ਨੱਠ ਭੱਜ ਪੈਂਦੀ ਆ, ਪਰੇਸ਼ਾਨੀਆਂ ਪੈਂਦੀਆਂ। ਤੇ ਫਿਰ ਸਾਰੇ ਬਾਦਸ਼ਾਹ ਜਿੰਨੇ ਵੀ ਨਾ, ਇਹਨਾਂ ਦੀਆਂ ਧੀਆਂ ਕਿਤੇ ਹੁੰਦੀਆਂ, ਪੁੱਤ ਕਿਤੇ ਹੁੰਦੇ, ਆਪ ਵੀ ਕਿਤੇ ਹੁੰਦੇ ਆ, ਤੇ ਪਰੇਸ਼ਾਨੀ ਪਈ ਹੁੰਦੀ। ਫਿਰ ਰੱਬ ਖੁਸ਼ ਹੁੰਦਾ ਵੀ ਤੂੰ ਮੱਥਾ ਤਾਂ ਟੇਕਿਆ ਹੀ ਨਹੀਂ ਮੰਦਰ ਜਾ ਕੇ, ਨਾ ਰੱਬ ਨੂੰ ਮੰਨਿਆ, ਤੇ ਅੱਜ ਤੂੰ ਸਾਰੀ ਪਾਸੇ ਜਾ ਕੇ। ਫਿਰ ਉਸ ਵੇਲੇ ਮਹਾਰਾਜ ਕਹਿੰਦੇ ਕਿ ਪਤਾ ਨਹੀਂ ਕੀ ਫਿਰ ਕਰਾਉਂਦਾ, ਉਹ ਨੱਕ ਰਗੜਾਉਂਦਾ, ਪਤਾ ਨਹੀਂ ਕਿੱਥੇ ਕਿੱਥੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਜਿੱਥੇ ਨਹੀਂ ਜਾਣਾ ਉੱਥੇ ਵੀ ਜਾਣਾ ਪੈਂਦਾ। ਆ ਲੋਕ 5 ਸਾਲ ਰਾਜ ਕਰਦੇ ਆ, ਤੁਹਾਡੇ ਪੈਰਾਂ ਨੂੰ ਆ ਕੇ ਮੱਥਾ ਟੇਕਦੇ ਆ, ਜਦੋਂ ਮਤਲਬ ਬਣ ਜਾਂਦੇ ਆ ਤੁਹਾਡੇ ਵੱਲ ਦੇਖਦੇ ਤੱਕ ਦੇ ਦਰਵਾਜ਼ੇ ਬੰਦ ਕਰ ਦਿੰਦੇ ਆ। ਅਸੀਂ ਵੀ ਗਏ ਆ, ਅਸੀਂ ਆਪਣੇ ਬੱਚਿਆਂ ਲਈ ਗਏ ਆ ਉਹਨਾਂ ਲੋਕਾਂ ਦੇ ਕੋਲ ਵੀ ਸਾਨੂੰ ਕੋਈ ਟੈਕਨੀਕਲ ਦਾ ਦੇ ਦਿਓ, ਸਾਨੂੰ ਨਰਸਿੰਗ ਟ੍ਰੇਨਰ ਦਾ ਕੋਈ ਸਰਟੀਫਿਕੇਟ ਦੇ ਦਿਓ। ਪਰ ਉਹ ਕਾਮਯਾਬ ਹੋ ਕੇ ਚਲੇ ਗਈਆਂ ਸਰਕਾਰਾਂ, ਉਹ ਬੜੇ ਉੱਪਰ ਬੈਠੇ ਆ ਜਾ ਕੇ, ਲੇਕਿਨ ਉਹ ਸਰਟੀਫਿਕੇਟ ਨਹੀਂ ਦੇ ਸਕਦੇ ਵੀ ਇਹ ਬੱਚੇ ਸਾਡੇ ਆ ਜਿਹੜੇ ਜਿਹੜੇ ਪੜ੍ਹੇ ਲਿਖੇ ਆ, ਇਹਨਾਂ ਨੂੰ ਇਹ ਨਰਸਿੰਗ ਦਾ ਕੋਈ ਕੋਰਸ ਕਰ ਲਿਆ। ਅਮਰੀਕਾ ਚਲੇ ਜਾਣਗੇ ਬੱਚੇ, ਇੱਥੇ ਕੋਈ ਆਪਣੇ ਕਾਲਜ ਬਣਾ ਲੈਣਗੇ, ਸਕੂਲ ਨਾਲ ਆਪਣੇ ਹਸਪੀਟਲਾਂ 'ਚ। ਇਹਨਾਂ ਨੂੰ ਹੁਣ ਅਸੀਂ ਬੱਚਿਆਂ ਨੂੰ ਮਿਹਨਤੀਆਂ ਕਰ ਕਰਕੇ ਲਿਆਈ ਦੀਆਂ, ਤੁਹਾਡੀ ਸੇਵਾ ਅਸੀਂ ਆ ਬੱਚਿਆਂ ਇਹਨਾਂ ਕੋਲੋਂ ਕਰਾਈ ਆ, ਜਿਹੜੀ ਸੰਗਤ ਖੜੀ ਆ। ਤੇ ਜਿਹੜੀਆਂ ਨਰਸਿੰਗ ਟ੍ਰੇਨਿੰਗ ਲੜਕੀਆਂ ਕਰਦੀਆਂ ਨਾ ਕਾਲਜ, ਉੱਥੋਂ ਸਾਡੀ ਕੋਈ ਲੜਕੀ ਨਹੀਂ ਆਈ। ਕਿਉਂ ਨਹੀਂ ਆਈ? ਕਿ ਹੁਣ ਸਾਰੇ ਆਪਣੇ ਘਰਾਂ 'ਚ ਬੈਠੇ ਆ ਉਹ। ਤੇ ਜੇ ਆਪਣਾ ਇੱਥੇ ਹੋਵੇ ਤਾਂ ਅਸੀਂ ਇੱਥੋਂ ਸ਼ੁਰੂ ਕਰਦੇ, ਬੇਟਾ ਚਲੋ ਸਭ ਆਹ ਕੰਮ ਕਰੋ। ਇਹ ਗੌਰਮੈਂਟਾਂ ਫਿਰ ਭੁੱਲ ਜਾਂਦੀਆਂ, ਤੇ ਉਦੋਂ ਫਿਰ ਰੱਬ ਖੁਸ਼ ਹੁੰਦਾ ਜਦੋਂ ਘਰਾਂ 'ਚ ਜਾ ਕੇ CBI ਦੇ ਛਾਪੇ ਪੈਂਦੇ ਨਾ, ਇਹ ਕਿੱਥੋਂ ਆਇਆ ਸਮਾਨ। ਤੇ ਫਿਰ ਰੱਬ ਖੁਸ਼ ਹੁੰਦਾ, ਹੁਣ ਦੌੜੋ ਜਿੱਦ ਨੂੰ ਦੌੜਨਾ, ਤੇ ਰੱਬ ਉਦੋਂ ਖੁਸ਼ ਹੁੰਦਾ। ਇਸ ਕਰਕੇ ਮਾਲਕ ਦੇ ਪੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ। ਜੋ ਬੋਲੇ ਸੋ ਲੜ ਪੈ, ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਕੀ ਜੈ। ਅੱਜ ਤੁਹਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਹੈ। ਅੱਜ ਬੜਾ ਹੀ ਇਤਿਹਾਸਿਕ ਦਿਨ ਹੈ। ਕਿਸੇ ਨੂੰ ਪਤਾ ਕਿ ਇਹਦਾ ਦਿਨ ਇਤਿਹਾਸਿਕ ਦਿਨ ਕਿਉਂ ਹੈ? ਜਿੰਨੇ ਪੇਸ਼ ਹੈ, ਕਿਸੇ ਨੂੰ ਪਤਾ ਇਹਦਾ ਦਿਨ ਇਤਿਹਾਸਿਕ ਕਿਉਂ ਹੈ? ਅੱਜ ਦਾ ਦਿਨ ਇਤਿਹਾਸਿਕ ਇਸ ਕਰਕੇ ਹੈ ਕਿ ਸਾਡਾ ਦੇਸ਼ ਜਿਹੜਾ 1947 ਨੂੰ ਆਜ਼ਾਦ ਹੋਇਆ ਸੀ, ਆਜ਼ਾਦ ਦੇਸ਼ ਨੂੰ ਆਪਣਾ ਸ਼ਾਸਨ ਚਲਾਉਣ ਲਈ ਆਪਣਾ ਸੰਵਿਧਾਨ ਚਾਹੀਦਾ, ਲੇਕਿਨ ਆਪਣੇ ਕੋਲ ਸੰਵਿਧਾਨ ਰਚਿਤਾ ਨਹੀਂ ਸਨ। ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਖਰੜਾ ਕਮੇਟੀ ਦੇ ਜੋ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਬਣੇ, ਔਰ ਉਹਨਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ, ਜਿਹਨੂੰ 2 ਸਾਲ 11 ਮਹੀਨੇ 18 ਦਿਨ ਲਿਖਣ ਨੂੰ ਲੱਗੇ। ਤਾਂ ਅੱਜ ਦੇ ਦਿਨ 26 ਨਵੰਬਰ 1949 ਨੂੰ ਭਾਰਤ ਦਾ ਸੰਵਿਧਾਨ ਲਿਖ ਕੇ ਤਿਆਰ ਹੋ ਗਿਆ ਸੀ, ਔਰ ਸੰਸਦ ਦੇ ਵਿੱਚ ਪਾਸ ਕਰਵਾ ਦਿੱਤਾ ਗਿਆ ਸੀ। ਔਰ ਉਸ ਤੋਂ ਬਾਅਦ ਜਦੋਂ ਫਿਰ ਲਾਗੂ ਹੋਇਆ, ਉਹ ਫਿਰ 26 ਨਵੰਬਰ ਤੋਂ 26 ਜਨਵਰੀ 1950 ਦੇ ਵਿੱਚ ਉਹ ਸੰਵਿਧਾਨ ਜਿਹੜਾ ਫਿਰ ਉਹ ਲਾਗੂ ਹੋ ਗਿਆ। ਉਸ ਤੋਂ ਬਾਅਦ ਜਿਹੜਾ ਸਾਡਾ ਦੇਸ਼ ਆ ਆਪਣਾ ਸੰਵਿਧਾਨ, ਕਿਉਂਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਸਿੱਖਿਆ, ਸਮਾਨਤਾ, ਭਾਈਚਾਰਕ ਨੂੰ ਸਾਂਝ ਦਰਸਾਉਂਦਾ ਹੈ, ਔਰ ਦੇਸ਼ ਦੇ ਵਿੱਚ ਆਪਣਾ ਰਾਜਾ ਚੁਣਨ ਵਾਸਤੇ ਅਧਿਕਾਰ, ਵੋਟ ਦਾ ਅਧਿਕਾਰ ਦਿੱਤਾ ਗਿਆ। ਇਸ ਤੋਂ ਪਹਿਲਾਂ ਜਿਹੜਾ ਭਾਰਤ ਦੇ ਵਿੱਚ ਸ਼ਾਸਨ ਸੀਗਾ ਉਹ ਤਾਨਾਸ਼ਾਹੀ ਸ਼ਾਸਕ ਸੀਗਾ, ਰਾਜ ਸੀਗਾ, ਉਹਦੇ 'ਚ ਤੁਸੀਂ ਵੋਟ ਪਾ ਕੇ ਆਪਣਾ ਰਾਜਾ ਨਹੀਂ ਚੁਣ ਸਕਦੇ ਸੀਗੇ।
तो इस करके अज का दिन बड़ा इतिहासिक है। बाबा साहब डॉक्टर भीमराव अंबेडकर ने सानू बड़ा पवित्र विश्व का सब तो बड़ा ग्रंथ जिहड़ा साडा देश का सब तो उत्तम ग्रंथ है वो की है, भारत का संविधान है। तो अज के दिन वो भारत का संविधान बन के तैयार होया सी। तो सारियां ही संगतां नूं लख लख बधाई, बाबा जी नूं बधाई और तुहानूं संगतां नूं साडे रूबरू होण लई इत्थे पहुंचण ते सेवा देण दे लई संत बाबा प्रीतम दास मैमोरीअल चैरिटेबल हॉस्पिटल वालों वेलकम, धन्यवाद। तुसीं सेवा का मौका बख्शिश कीता। संत बाबा निर्मल दास जी महाराज की अगवाई दे विच सरदार सुच्चा सिंह जी बेगल, बीबी अमर कौर, बीबी निर्मला जी, बीबी प्रकाश कौर, डॉक्टर जसवंत सिंह सोल और होर बहुत संगतां हन जिन्हां ने अपनी किरत कमाई दे विचों, क्योंकि लॉकडाउन दे विच लोगों दा रोटी दे लाले पैसा रोटी भी नहीं सी मिलदी और वो लोग भी घरां 'च ही लॉकडाउन सन, उन्होंने भी काम नहीं किया, पर उन्होंने अपना जिहड़ी किरत कमाई अपनी संभाल के रखी हुई सी अपने खर्चे वास्ते। वो खर्चा तुहानूं भेज के बाबा जी के थ्रू ये तुहाडा इलाज करवाया, अखां दे ऑपरेशन कराए, लेंस पाए, मेडिसिन दित्ती और दंदां दे चैकअप होए, होर भी बहुत सारियां बीमारियां चैकअप होए। तो सारियां दा सेवा देण ते बहुत बहुत धन्यवाद। जय गुरुदेव, धन गुरुदेव, जय भीम, जय भारत, वाहिगुरू जी का खालसा, वाहिगुरू जी की टीवी साਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ जो गुरु महाराज की कृपा के नाल साडे जितने भी इस संत बाबा प्रीतम दास मैमोरीअल चैरिटेबल हॉस्पिटल विच अखां दे करके जिन्हां को प्रॉब्लम सीगी वो सारी तरह ਉਹਦਾ ट्रीटमेंट किया गया और फ्री लेंस पाए गए आ। जिन्हां नूं मैडिकल की जरूरत सी वो मैडिकल और कोरोना टेस्ट भी किए गए आ सारिਆਂ ਦੇ। उस तो बाद जो पंजाब सेहत विभाग का सानू हुक्म है वो अनुसार ही असी सारा ये काम कर रहे हैं। तो बहुत दूरों दूरों इस कैंप दे विच जो साडे जिन्हां नूं जरूरत सी चंडीगढ़ तो और हाजीपुर तो इधर मोगे तो बार्डर एरिए तो आके उन्होंने इस कैंप दे विच अपने लाहा लिया। तो अज 26 तरीक अज 26 तरीक मालक की कृपा दे नाल असी उन्हां दे आशीर्वाद दे नाल जितने भी साढ़े 25 तरीक में जिन्हों के लेंस पाए से अज 26 तरीक में उन्होंने घर भेज रहे हैं और दूसरे जो है अज असी सिलेक्ट करांगे उन्होंने शाम को लेंस पाए जाएंगे। तो सारिਆਂ ਦਾ ਅਸੀਂ ਧੰਨਵਾਦ ਕਰਦੇ हैं। तो ज़्यादा करके बेगल परिवार जो इंग्लैंड 'ਚ बैठे सानू देख रहे हैं और असी उन्हों का बहुत बहुत धन्नवाद करते हैं सारे परिवार का और दानी सज्जणों का जिन्होंने इधर सहयोग दिता इस कैंप के विच। ते गुरु पातशाह कृपा करे आप सब दी कमाइयां विच मालक वाधा करे और बच्चों को तंदुरुस्तियां बख्श करे। असी जिथे उन्हों का धन्नवाद करते हैं संगतां का धन्नवाद भी करते हैं जिन्होंने साडा इन्ना सहयोग दिता, इन्ना प्यार दिता और साडे नाल मिल के जिस तरह असीं कहा उस तरह ही वो सारियां संगतां जां जिन्होंने अपने सेवा सानू दित्ती आ उन्होंने बहुत प्यार दे नाल साडा साथ निभाया। असीं उन्हां दा भी धन्नवाद करते हैं। इत्थे सारिਆਂ ਦਾ ਧੰਨਵਾਦ ਕਰਦੇ ਹਾਂ। ਉੱਥੇ ਮੈਡੀਕਲ ਸੁਸਾਇਟੀ ਸੰਤ ਬਾਬਾ ਪ੍ਰੀਤਮ ਦਾਸ ਉਹ ਵੀ ਸੇਵਾ ਨਿਭਾ ਰਹੀ ਆ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਔਰ ਸਭ ਤੋਂ ਜ਼ਿਆਦਾ ਅਸੀਂ ਮੀਡੀਆ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਆਵਾਜ਼ ਇਹਨਾਂ ਸਾਰਿਆਂ ਤੱਕ ਪਹੁੰਚਾਈ ਆ ਤੇ ਸਾਰੇ ਹੀ ਸੁਣ ਕੇ ਔਰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਇਆ। ਇਹ 22 ਤਰੀਕ ਤੋਂ ਕੈਂਪ ਸ਼ੁਰੂ ਆ ਔਰ ਅੱਜ 26 ਤਰੀਕ ਹੋ ਚੁੱਕੀ ਆ ਤੇ ਸਾਰੀਆਂ ਸੰਗਤਾਂ ਉਸੇ ਤਰ੍ਹਾਂ ਜਿੱਦਾਂ ਪਹਿਲੇ ਦਿਨ ਸੀ ਉਸੇ ਤਰ੍ਹਾਂ ਸਾਡੇ ਨਾਲ ਇਸ ਵੇਲੇ ਉਹ ਲਾਹਾ ਲੈ ਰਹੀਆਂ। तो मैं फिर दोबारा सरदार सुच्चा सिंह बेगल जी और सारे परिवार को मैं बधाई दिना और गुरु पातशाह सारे ते कृपा करे। असी ये भी अरदास करांगे तुहानू सब नू नाम की दात बख्श करे क्योंकि नाम जिहड़ा है बारा कहते संसार रोगी नाम दारू। जिहड़ा संसार सारा रोगी आ ते इहदा दारू की आ नाम। जिहड़ा नाम जपदा सिमरन करदा उहदे लागे बीमारियां नहीं आउंदियां, परेशानियां नहीं आउंदियां ते हैगियां पर वो सहारण की शक्ति परमात्मा उन्हां नूं दे दिंदा। इस करके सारे धन्यवाद करती हाँ और उस तो संत बाबा निर्मल दास जी महाराज का कोटन कोटन धन्यवाद। सुच्चा सिंह बेगल, बीबी अमर कौर, बेगल परिवार, सोहल परिवार सारे का धन्यवाद। जिस तरह तुसी प्रबंधों की गल कर रहे हो तो तुसी पेशेंट के कोलों खुद पुछ सकते हो कि जिस तरह आते हैं उसकी पर्ची कट्टी जाती है, कोई फाइल बनती है, उस बाद पेशेंट सिलेक्ट किए जाते हैं, नंबर कटे जाते हैं लेंस के तो जो नंबर कटे अकॉर्डिंग लेंस पाए जाते हैं। उस तो बाद चाह पानी का पूरा अरेंजमेंट है, रात रहने की सुविधा है। बाबा जी रात को सारी संगत को अपने डेरे च लै जाते हैं तो उत्थे ही उन्होंने सौण का प्रबंध, खाण पीण का प्रबंध, सवेरे उन्होंने चाह पिला के नाल ब्रैड दे के उस तो लंगर छका के फिर इत्थे लिया के डॉक्टर गुप्ता जी की पूरी टीम उन्होंने जिहड़ियां पट्टियां कीतियां होंदियां सारियां खोल के अखां चैक करते हैं। किसी को किस तरह की कोई प्रॉब्लम है तो फिर जो मेडिसिन बनती है वो दिंदे हैं। तो उस तो बाद
ਸਾਰੀ ਸੰਗਤ ਦੀਆਂ ਪੱਟੀਆਂ ਦੇ ਕੇ ਬਾਬਾ ਜੀ ਖੁਦ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਵਿਦਾ ਕਰਦੇ ਹਨ। ਤੋਂ ਮੈਂ ਮੀਡੀਆ ਦੇ ਥਰੂ ਹੋਰ ਸੰਗਤ ਨੂੰ ਅਪੀਲ ਕਰਦੀ ਹਾਂ ਕਿ ਜਿਨ੍ਹਾਂ ਨੂੰ ਵੀ ਜ਼ਰੂਰ ਅੱਖਾਂ ਦੀ ਕੋਈ ਪ੍ਰੋਬਲਮ ਹੈ तो ज़रूर अपनी सेवा बख्शिश कर, क्योंकि कुंभ लगा हुआ है। ये सोमवार मंगलवार तक है, इसी तरह ऑपरेशन चलने हैं और डेली की OPD बढ़ रही है। पहले दिन 25 की OPD सी, परसों 60 की OPD सी, कल भी 25-30 की OPD सी, अज भी काफ़ी आए हुए ने। तो बाबा जी कहते जिन्ने भी आ रहे हैं पेशेंट दुखी आ रहे हैं तो सब अपने स्लिप कट के उन्होंने फाइल करके सब के ऑपरेशन करने, जिन्होंने दवाई जरूरत दवाई देनी है। तो ये सारे प्रबंध संत बाबा प्रीतम दास मेमोरियल चैरिटेबल हॉस्पिटल में किए गए हैं और संत बाबा प्रीतम दास मेमोरियल चैरिटेबल हॉस्पिटल की पूरी डॉक्टर्स की टीम, डेंटल डिपार्टमेंट के डॉक्टर्स, डॉक्टर अनिल कुमार जी उन्होंने पूरी टीम और फिजियोथेरेपी डॉक्टर अवतार सिंह उन्होंने पूरी टीम पूरी सेवावां निभा रहे हैं। तो सारे ਤੇ ਸ਼ਾਮਾਂ ਤੱਕ ਕੱਲੇ ਕੱਲੇ ਮਰੀਜ਼ ਨੂੰ ਪੁੱਛਦੇ ਆ। ਮੈਡਮ ਸੰਤੋਸ਼ ਹੈ, ਹੋਰ ਵੀ ਜਿੰਨੇ ਸੇਵਾਦਾਰ ਹੈ, ਕੱਲੇ ਕੱਲੇ ਮਰੀਜ਼ ਨੂੰ ਪੁੱਛ ਕੇ ਉਹਦਾ ਸਾਰਾ ਇਹ ਕੀਤਾ ਜਾਂਦਾ ਹੈ। ਟਾਈਮ ਸਿਰ ਦਵਾਈ ਪਾਈ ਜਾਂਦੀ ਹੈ, ਟਾਈਮ ਸਿਰ ਇਹ ਕੀਤਾ ਜਾਂਦਾ ਹੈ, ਲੈਂਸ ਦੀ ਪਾਵਰਾਂ ਕੱਢੀ ਜਾਂਦੀ ਹੈ ਔਰ ਮਰੀਜ਼ਾਂ ਦਾ ਵੀ ਪੂਰਾ ਕੋਆਪਰੇਸ਼ਨ ਹੈ। ਤੇ ਮੈਂ ਹੁਣ ਵੀ ਜਿਹੜੇ ਮਰੀਜ਼ ਬੈਠੇ ਆ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਸਾਨੂੰ ਪੂਰਾ ਕੋਆਪਰੇਟ ਕਰੋ ਤੇ ਵਧੀਆ ਤਰੀਕੇ ਨਾਲ ਇਹਨਾਂ ਦੇ ਇਲਾਜ ਹੋਣ, ਵਧੀਆ ਲੈਂਸ ਪੈਣ ਔਰ ਅਸੀਂ ਇਹਦੇ ਵਿੱਚ ਕੋਈ ਓਲੇ ਵਾਲੀ ਗੱਲ ਨਹੀਂ ਰੱਖਦੇ। ਜੋ ਲੈਂਸ ਅਸੀਂ ਪਾਉਂਦੇ ਆ ਉਹਦਾ ਬਾਕਾਇਦਾ ਅਸੀਂ ਸਟਿੱਕਰ ਦਿੰਦੇ ਆ, ਬਾਕਾਇਦਾ ਇਹਨਾਂ ਦਾ 1 ਮਹੀਨੇ ਦੀ ਦਵਾਈ 40 ਦਿਨ ਤੱਕ ਫੋਲੋਅਪ ਕਰਾਂਗੇ। ਆਮ ਕੈਂਪ ਲਾਉਂਦੇ ਸੀ, ਉਹ ਇੱਕ ਵਾਰ ਦੇਖਦੇ ਮੁੜ ਕੇ ਨਹੀਂ ਜਾਂਦੇ, ਪਰ ਸਾਨੂੰ ਬਾਬਾ ਜੀ ਵੱਲੋਂ ਹੁਕਮ ਹੈ ਤੇ ਇਸ ਕਰਕੇ ਅਸੀਂ 3 ਫੋਲੋਅਪ ਦੇਵਾਂਗੇ। ਤਿੰਨੋਂ ਫੋਲੋਅਪ ਦੇ ਵਿੱਚ ਇਹਨਾਂ ਮਰੀਜ਼ਾਂ ਨੂੰ ਦਵਾਈ ਦਿੱਤੀ ਜਾਂਦੀ ਹੈ ਔਰ ਸਾਰੇ ਮਰੀਜ਼ ਖੁਸ਼ ਹੋ ਕੇ ਜਾਂਦੇ ਆ। ਅੱਜ ਹੁਣ ਤੱਕ ਅਸੀਂ 2002 ਤੇ ਹੁਣ ਤੱਕ ਜਿੰਨੇ ਕੈਂਪ ਲਾਏ ਆ, ਐਗਜ਼ੈਕਟ ਤਾਂ ਮੈਂ ਨਹੀਂ ਕਹਿ ਸਕਦਾ, ਪਰ 65 ਔਰ 70 ਦੇ ਕੈਂਪ 65-70 ਕੈਂਪ ਅਸੀਂ ਲਾਏ ਆ। ਸਾਲ ਦੇ 5-6 ਕੈਂਪ ਲਾਉਂਦੇ ਆ ਔਰ ਸਾਰੇ ਮਰੀਜ਼ਾਂ ਦਾ ਕੋਆਪਰੇਸ਼ਨ ਇਕੱਲੇ ਇੱਥੇ ਹੀ ਨਹੀਂ ਲਾਉਂਦੇ। ਜਦੋਂ ਕਰੋਨਾ ਦੀ ਮਹਾਮਾਰੀ ਨਹੀਂ ਸੀ, ਪਠਾਨਕੋਟ ਤੇ ਲੈ ਕੇ ਸ਼ੇਰਪੁਰ ਟੱਕੋ ਦੇ ਲੈ ਕੇ ਗੁੜੇ ਦੇ ਲੈ ਕੇ ਹਰ ਜਗ੍ਹਾ ਕੈਂਪ ਲਾਉਂਦੇ ਆ, ਚੱਕ ਕਲਾ ਲੱਗਦੇ ਆ 2 ਕੈਂਪ। ਤੇ ਇਸ ਕਰਕੇ ਬਾਬਾ ਜੀ ਦੀ ਇਹ ਬੜੀ ਮਿਹਨਤ ਹੈ, ਇਹਨਾਂ ਦਾ ਬਹੁਤ ਜਿੰਨੀ ਵੀ ਆਪਣੀ ਇਹ ਹੁੰਦੀ ਆ ਸਵੇਰ ਤੇ ਰਾਤ ਦੇ 10 ਵਜੇ ਤੱਕ 9 ਵਜੇ ਤੱਕ ਆਪ ਸਾਰਾ ਕੁਝ ਦੇਖਦੇ ਆ ਪ੍ਰਬੰਧ। ਜਿੱਥੇ ਸੰਤ ਮਹਾਂਪੁਰਸ਼ਾਂ ਦਾ ਹੱਥ ਹੋਵੇ ਤੇ ਉੱਥੇ ਤਾਂ ਕੋਈ ਕਮੀ ਹੁੰਦੀ ਨਹੀਂ ਹੈ। ਇਹਨਾਂ ਦੇ ਤਾਂ ਆਸ਼ੀਰਵਾਦ ਨਾਲ ਹੀ ਸਭ ਕੁਝ ਹੋ ਜਾਂਦਾ ਹੈ। ਅਸੀਂ ਵੀ ਜੇ ਤੁਰੇ ਫਿਰਦੇ ਆ, ਅੱਜ 17-18 ਸਾਲ ਹੋ ਗਏ ਮੈਨੂੰ ਬਾਬਾ ਜੀ ਨਾਲ ਜੁੜੇ ਨੂੰ ਤੇ ਬੇਗਲ ਪਰਿਵਾਰ ਜੀ ਨਾਲ, ਬੇਗਲ ਪਰਿਵਾਰ ਨੂੰ ਵੀ ਜੁੜੇ ਨੂੰ ਤੇ ਅੱਜ ਤੱਕ ਬਾਬਾ ਜੀ ਦਾ ਸਾਡੇ ਤੇ ਆਸ਼ੀਰਵਾਦ ਹੈ ਔਰ ਬੜੀ ਮਾਲਕ ਦੀ ਕਿਰਪਾ ਹੈ ਔਰ ਬਾਬਾ ਜੀ ਦੇ ਆਸ਼ੀਰਵਾਦ ਨਾਲ ਸਾਰੇ ਕੈਂਪ ਸਕਸੈਸ ਹੋਏ ਹੈ। ਔਰ ਬਾਬਾ ਜੀ ਦੀ ਸਭ ਤੋਂ ਬੜੀ ਗੱਲ ਇਹ ਹੈ ਕਿ ਬਾਬਾ ਜੀ ਸੰਗਤ ਨੂੰ ਕਹਿੰਦੇ ਆ ਵੀ ਜੋ ਦੁਖੀਆ ਆਵੇ ਉਹ ਖੁਸ਼ ਹੋ ਕੇ ਜਾਏ। ਇਹ नहीं है भी तो 20 मरीज ही करने जी, 40 ही करने जी, 50 ही करने जी, ऐसी कोई बाउंडिफिकेशन नहीं है। जिन्ने आते हैं सब दे वधिया लैंस पा के और सब लंगर वगैरह का प्रबंध करके, किसी मरीज को कोई पैसा नहीं लिया जाता है। इस तरह भी ये जो हॉस्पिटल है बाबा जी ने खोलिया संगत लिए खोलिया। ये हॉस्पिटल इन्ना बड़ा हॉस्पिटल है, इतने सारे डिपार्टमेंट है, डेंटल डिपार्टमेंट है, फिजियोथेरेपी है, आई रे ਜਿਹੜੇ ਅੱਖਾਂ ਦੇ ਡਾਕਟਰ ਹਰ ਬੁੱਧਵਾਰ ਆਉਂਦੇ ਆ, ਚੈੱਕਅਪ ਕਰਦੇ ਆ ਔਰ ਸਾਰੀ ਫੈਸਿਲਿਟੀ ਦੇਣ ਦੀ ਕੋਸ਼ਿਸ਼ ਕਰਦੀ ਹੈ। ਹੁਣ ਸੰਗਤ ਦੀ ਹੈ ਮਰਜ਼ੀ ਵੀ ਕਿੰਨਾ ਲਾਇਆ ਜਾਣਾ, ਉਹ ਉਹਨਾਂ ਦੀ ਹੈ। ਬਾਬਾ ਜੀ ਦਾ ਆਸ਼ੀਰਵਾਦ ਸਭ ਤੇ ਹੈ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ। हिरन हुए कैसे, हिरन हुए कैसे, लोहा कंचन हिरन हुए कैसे, लोहा कंचन हिरन हुए कैसे, जो पार से ना पर से, जो पार से ना पर से, पढ़िए गुनी नाम सब सुनिए, बड़िए गुणी नाम सब सुनिए, नाम सब सुनिए, नाम सब सुनिए,
ਸਭ ਸੁਣੀਐ ਨਾਮ ਸਭ ਸੁਣੀਐ ਨਾਮ ਸਭ ਸੁਣੀਐ देव संस काठ न छूटे ਦੇਵ ਸੰਸ ਗਾਠ ਨਾ ਛੂਟੈ देव संस काठ ਗਾਠ न ਨਾ छूटे ਛੂਟੈ देव संस ਸੰਸ ਗਾਠ ਨਾ ਛੂਟੈ काम करो क्रोध माया मद मद सर इन पंचों मिल लूटे इन पंचों मिल लूटै नाम सब सुनिए नाम सब सुनिए नाम सब सुनिए नाम सब सुनिए हाँ कंचन हरण होए कैसे जो पार से ना पर से जो पार से ना पर से पढ़िए गुनीए नाम सब सुनिए बड़िए गुणीए नाम सब सुनिए 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 पढ़िए गुणीए नाम नाम सब सुनिए नाम सब सब सुनिए नाम सब सुनिए देव संस
ਬੰਕਨੋ ਮਿਲ ਲੂਟੈ ਨਾਮ ਸਭ ਸੁਣੀਐ ਨਾਮ ਸਭ ਸੁਣੀਐ ਨਾਮ ਸਭ ਸੁਣੀਐ ਨਾਮ ਸਭ ਸੁਣੀਐ हम बड़ कप कुलीन हम ਪੰਡਤ हम पंडित हम जोगी सन्यासी हम वड कब कुलीन हम पंडित हम जोगी सन्यासी ज्ञानी गुनी सूर हम दाते ए बुद्ध कब है ना नासी। ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪੀਟਲ ਵਿਖੇ ਜੋ ਕਿ ਫ੍ਰੀ ਅੱਖਾਂ ਦਾ ਕੈਂਪ ਚੱਲ ਰਿਹਾ ਹੈ ਔਰ ਹਰ ਰੋਜ਼ ਜੋ ਸਿਲੈਕਟ ਕੀਤੇ ਮਰੀਜ਼ ਉਹਨਾਂ ਦੇ ਆਪਰੇਟ ਕੀਤੇ ਜਾਂਦੇ ਹਨ। ਅੱਜ ਚੌਥਾ ਦਿਨ ਜੋ ਕਿ ਆਪਰੇਸ਼ਨ ਕਰਦਾ ਹੈ। 5 ਦਿਨ ਕੈਂਪ ਚੱਲਦੇ ਨੂੰ ਹੋ ਗਏ ਹਨ। ਅੱਜ ਵੀ ਜਿਹੜੇ ਆ ਮਰੀਜ਼ਾਂ ਦੇ ਆਪਰੇਸ਼ਨ ਕੀਤੇ ਗਏ ਹਨ ਔਰ ਸੰਤਾਂ ਮਹਾਂਪੁਰਸ਼ਾਂ ਦੇ ਸਮਾਜ ਵਿੱਚੋਂ ਸੰਤ ਮਹਾਰਾਜ ਸੰਤ ਸਰੂਪ ਜੀ ਮਹਾਰਾਜ ਉਹ ਵੀ ਇਸ ਕੈਂਪ ਦੇ ਵਿੱਚ ਉਹਨਾਂ ਦਾ ਵੀ ਆਪਰੇਸ਼ਨ ਕੀਤਾ ਗਿਆ ਅੱਖ ਦਾ। ਸੋ ਆਪ ਜੀ ਨੂੰ ਉਹਨਾਂ ਦੇ ਨਾਲ ਰੂਬਰੂ ਕਰਾਉਂਦੇ ਆ ਔਰ ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਕੈਂਪ ਨੂੰ ਲੈ ਕੇ। ਮਹਾਰਾਜ ਜੈ ਗੁਰਦੇਵ ਜੀ। ਜੈ ਗੁਰਦੇਵ ਧੰਨ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜ ਜੀ ਤੇ ਸੰਤ ਸੁੱਚਾ ਸਿੰਘ ਬੇਗਲ ਜੀ ਦੇ ਪਰਿਵਾਰ ਤੇ ਮਿਹਰ ਭਰੇ ਹੱਥ ਰੱਖੇ ਚੜ੍ਹਦੀਆਂ ਕਲਾਂ ਬਖਸ਼ੇ ਮਹਾਰਾਜ ਜਿਨ੍ਹਾਂ ਖਜ਼ਾਨੇ ਮਾਏ ਖਜ਼ਾਨੇ ਭਰਪੂਰ ਰੱਖੇ। ਮਹਾਰਾਜ ਬੇਗਲ ਪਰਿਵਾਰ ਤੇ ਸੰਤ ਨਿਰਮਲ ਦਾਸ ਜੀ ਮਹਾਰਾਜ ਜੀ ਮਾਨਵਤਾ ਦੀ ਸੇਵਾ ਕਰਦੇ ਫ੍ਰੀ ਅੱਖਾਂ ਦਾ ਕੈਂਪ ਲਾਇਆ ਅਸੀਂ ਧੰਨਵਾਦ ਕਰਦੇ ਹਾਂ। ਮਹਾਰਾਜ ਕੋਈ ਤਕਲੀਫ ਕੋਈ ਸਾਨੂੰ ਤਕਲੀਫ ਨਹੀਂ ਮਹਾਰਾਜ ਕੋਈ ਤਕਲੀਫ ਨਹੀਂ ਧੰਨਵਾਦ ਬਾਬਾ ਜੀ ਔਰ ਬੇਗਲ ਪਰਿਵਾਰ ਵੱਲੋਂ ਪ੍ਰਬੰਧ ਕੀਤਾ ਗਿਆ ਬਹੁਤ ਵਧੀਆ ਮਹਾਰਾਜ ਪ੍ਰਬੰਧ ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ ਚੜ੍ਹਦੀਆਂ ਕਲਾਂ ਬਖਸ਼ੇ। ਸੰਤ ਮਹਾਂਪੁਰਸ਼ ਸੰਤ ਸਰੂਪ ਜੀ ਮਹਾਰਾਜ ਜਿਨ੍ਹਾਂ ਦਾ ਆਪਰੇਸ਼ਨ ਹੋਇਆ ਔਰ ਉਹਨਾਂ ਦੇ ਭੈਣ ਜੀ ਉਹਨਾਂ ਦਾ ਵੀ ਅੱਜ ਆਪਰੇਸ਼ਨ ਹੋਇਆ। ਮਾਤਾ ਜੀ ਸਾਨੂੰ ਕੋਈ ਤਕਲੀਫ ਨਹੀਂ ਹੋਈ? ਨਹੀਂ ਕੋਈ ਤਕਲੀਫ ਨਹੀਂ। ਹੁਣੇ ਇੱਕ ਆਪਰੇਸ਼ਨ ਹੋਇਆ ਮਾਤਾ ਜੀ ਦਾ ਜਿਨ੍ਹਾਂ ਦੀ ਇੱਕ ਅੱਖ ਦੀ ਜਿਹੜੀ ਲਾਈਟ ਉਹ ਪਹਿਲਾਂ ਹੀ ਨਹੀਂ ਸੀ ਔਰ ਦੂਸਰੀ ਅੱਖ ਦੀ ਵੀ ਨਿਗਾਹ ਜਿਹੜੀ ਖਰਾਬ ਹੋ ਰਹੀ ਸੀ ਤੇ ਉਹਨਾਂ ਨੇ ਕੱਲ੍ਹ ਚੈੱਕਅਪ ਕਰਾਇਆ ਤੇ ਅੱਜ ਉਹਨਾਂ ਦਾ ਜਿਹੜਾ ਆਪਰੇਸ਼ਨ ਕੀਤਾ ਗਿਆ ਉਹ ਠੀਕ ਹੋਇਆ। ਹਾਂਜੀ ਮਾਤਾ ਜੀ ਕੋਈ ਆਪਰੇਸ਼ਨ ਤੁਹਾਡਾ ਠੀਕ ਹੋਇਆ ਜੀ? हाँ बेटा सही हुआ है। ਕੋਈ ਤਕਲੀਫ ਤਾਂ ਨਹੀਂ? नहीं ਆਪ ਜੀ ਤੋਂ ਕੋਈ ਪੈਸਾ ਤਾਂ ਨਹੀਂ ਲਿਆ ਗਿਆ? नहीं बेटा ਬਾਬਾ ਜੀ ਨੇ ਜੋ ਪ੍ਰਬੰਧ ਕੀਤਾ बहुत हाँ बहुत दया करी बाबा जी ने। नहीं जी कोई तकलीफ नहीं जी। ਜੋ ਬਾਬਾ ਜੀ ਨੇ ਉਪਰਾਲੇ ਕਰ ਰਹੇ ਆ हाँ जी सही कर रहे जी। ਕੋਈ ਪ੍ਰੋਬਲਮ ਤਾਂ ਨਹੀਂ नहीं कोई नहीं प्रॉब्लम। ਕੋਈ ਪੈਸਾ ਤਾਂ ਨਹੀਂ ਲਿਆ? नहीं जी नहीं कोई पैसा नहीं लिया। ਤੁਸੀਂ ਦੇਖ ਸਕਦੇ ਹੋ ਕਿ ਆਪਰੇਸ਼ਨ ਇਹਨਾਂ ਦਾ ਬਿਲकुल ठीक होया और आप तुर के आए अंदरों। कहाँ से आए आप? नोलिता है जी। आपकी उम्र कितनी है? 60 साल। 60 साल है। हाँ जी। आपका ऑपरेशन ठीक हो गया? कोई प्रॉब्लम कोई पैसा तो नहीं लिया आपसे? नहीं जी। ਕਿਹੜੀ ਜਗ੍ਹਾ ਤੋਂ ਆਏ ਜੀ? ਤਾਜਪੁਰ ਤੋਂ ਜੀ। ਆਪਰੇਸ਼ਨ ਤੁਹਾਡਾ ਠੀਕ ਠਾਕ ਹੋਇਆ ਜੀ? ਹਾਂਜੀ ਬਹੁਤ ਵਧੀਆ ਹੋ ਗਿਆ। ਪਹਿਲਾਂ 2 ਦਿਨ ਤੁਹਾਡੀ ਸ਼ੂਗਰ ਵੱਧਦੀ ਸੀ ਨਾ ਜੀ? ਹਾਂਜੀ ਹੁਣ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੋਈ? ਨਹੀਂ ਕੋਈ ਤਕਲੀਫ। ਜਿਹੜਾ ਉਪਰਾਲਾ ਕੀਤਾ ਬਾਬਾ ਜੀ ਨੇ ਬਹੁਤ ਵਧੀਆ ਕੀਤਾ ਜੀ ਉਪਰਾਲਾ ਇਹਨਾਂ ਨੇ। ਨਾਮ ਸਭ ਸੁਣੀਐ ਬੜੀਏ ਗੁਣੀਐ ਨਾਮ ਸਭ ਸੁਣੀਐ हम बड़ कब कुलीन हम पंडित हम जोगी सन्यासी ज्ञानी गुनी सूर हम दाते ज्ञानी गुनी सूर हम दाते ए बुद्ध कब है ना नासी।
ਬੜੀਏ ਗੁਣੀਐ ਨਾਮ ਸਭ ਸੁਣੀਐ 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 ਨਾਮ ਸਭ ਸੁਣੀਐ। ਜੈ ਗੁਰਦੇਵ ਜੈ ਭੀਮ। ਇਸ ਟਾਈਮ 6:45 ਹੋ ਗਏ ਹਨ ਔਰ ਅਸੀਂ ਮੌਜੂਦ ਹਾਂ ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪੀਟਲ ਰਾਏਪੁਰ ਸੂਲਪੁਰ ਜਲੰਧਰ ਵਿਖੇ। ਔਰ ਆਪ ਜੀ ਨੂੰ ਪਤਾ ਹੈ ਕਿ 5 ਦਿਨ ਤੋਂ ਫ੍ਰੀ ਅੱਖਾਂ ਦਾ ਕੈਂਪ ਜੋ ਹਸਪੀਟਲ ਵਿਖੇ ਚੱਲ ਰਿਹਾ ਹੈ ਔਰ ਉਸ ਦੇ ਅੱਜ ਚੌਥੇ ਦਿਨ ਵੀ 4 ਦਿਨ ਹੋ ਗਏ ਨੇ। ਲਗਾਤਾਰ ਆਪਰੇਸ਼ਨ ਜਿਹੜੇ ਮਰੀਜ਼ ਸਿਲੈਕਟ ਕੀਤੇ ਹੋਏ ਸਨ ਉਹ ਚੱਲ ਰਹੇ ਹਨ ਉਹਨਾਂ ਦੇ। ਔਰ ਬਾਬਾ ਜੀ ਮਹਾਰਾਜ ਜੀ ਆਪਣੀ ਸਰਪ੍ਰਸਤੀ ਹੇਠ ਸਾਰਾ ਜਿਹੜਾ ਪ੍ਰਬੰਧ ਚਲਵਾ ਰਹੇ ਆ ਅਤੇ ਮਹਾਰਾਜ ਜੀ ਸਾਡੇ ਨਾਲ ਮੌਜੂਦ ਹਨ। ਅਸੀਂ ਮਹਾਰਾਜ ਜੀ ਨਾਲ ਗੱਲਬਾਤ ਆਪ ਜੀ ਦੀ ਕਰਾਉਂਦੇ ਆ ਕਿ ਮਹਾਰਾਜ ਜੀ ਅੱਜ ਵੀ ਜਿਹੜੇ ਆਪਰੇਸ਼ਨ ਆ ਉਹ ਆਪ ਦੇ ਸਹਿਯੋਗ ਨਾਲ ਅਤੇ ਬੇਗਲ ਪਰਿਵਾਰ ਦੇ ਸਹਿਯੋਗ ਨਾਲ ਹੋ ਰਹੇ ਆ। ਅੱਜ ਵੀ ਕਿੰਨੇ ਕੁ ਆਪਰੇਸ਼ਨ ਕੀਤੇ ਗਏ ਮਹਾਰਾਜ ਜੀ? ਅਸੀਂ ਗੁਰੂ ਮਹਾਰਾਜ ਦਾ ਪਹਿਲਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ। ਤੇ ਸਾਡੇ ਅੱਜ ਅਸੀਂ 30 ਕਰਕੇ ਕਰਦੇ ਹਾਂ। 30 ਪ੍ਰਸ਼ਨ ਰੋਜ਼ ਜਿਹੜੇ ਲੈਂਸ ਵਗੈਰਾ ਪਾਉਂਦੇ ਆ ਅਤੇ ਜਿੰਨੇ ਚਿਰ ਸਮਾਪਤ ਨਹੀਂ ਹੁੰਦੀ ਉਹਨਾਂ ਚਿਰ ਹਟਣਾ ਨਹੀਂ ਅਸੀਂ। ਅਤੇ ਅਸੀਂ ਸਾਰੇ ਪੂਰੇ ਕਰਨੇ ਆ। ਮੇਰਾ ਖਿਆਲ 250-300 ਦੇ ਕਰੀਬ ਮਰੀਜ਼ ਸਿਲੈਕਟ ਕੀਤਾ ਆ ਅਤੇ ਬਾਕੀ ਮੈਡੀਕਲ ਦੇ ਹੋਰ ਸਾਰੇ ਇਹ ਸਾਰਾ ਹੀ ਜਿੰਨਾ ਹੈ 1000 ਦੇ ਕਰੀਬ ਮਾਲਕ ਦੀ ਕਿਰਪਾ ਹੋਈ ਆ। ਅਤੇ ਅੱਜ ਮੇਰਾ ਖਿਆਲ ਹੈ ਕੋਈ 31-32 ਅੱਜ ਲੈਂਸ ਪਾਏ ਜਾਣਗੇ। ਹੋਰ ਵੀ ਜਿਹੜੇ ਮਰੀਜ਼ ਵਿੱਚ ਨਵੇਂ ਆ ਰਹੇ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਵੀ ਕੋਈ ਜਿੱਦਾਂ ਸਾਡੇ ਸੁਸਾਇਟੀ ਉਹਨਾਂ ਨੂੰ ਅਸੀਂ ਕਿਹਾ ਹੋਇਆ ਕਿ ਅਸੀਂ ਜੇ ਕੋਈ ਵੀ ਆਵੇ ਜਦੋਂ ਮਰਜ਼ੀ ਆਵੇ। ਜਦੋਂ ਕੈਂਪ ਦੇ ਵਿੱਚ ਹੁਣ ਸੋਮਵਾਰ ਤੱਕ ਅਸੀਂ ਰੱਖਿਆ ਹੋਇਆ ਅਤੇ ਸੋਮਵਾਰ ਤੱਕ ਕੋਈ ਵੀ ਕੋਈ ਲੋੜਵੰਦ ਆਉਂਦਾ। ਜੇ ਕਿਸੇ ਨੂੰ ਅੱਖਾਂ ਕਰਕੇ ਕਈਆਂ ਨੂੰ ਨਹੀਂ ਪਤਾ ਲੱਗਦਾ ਉਹ ਬਾਅਦ 'ਚ ਉਹਨੂੰ ਪਤਾ ਲੱਗਦਾ ਫਿਰ ਸਾਨੂੰ ਟੈਲੀਫੋਨ ਕਰਦੇ ਸੀਗੇ ਤੁਸੀਂ ਇੱਥੇ ਆਓ ਅਤੇ ਆਪਣੇ ਪਰਚੀ ਤਿਆਰ ਬਣਾਓ ਆਪਣੀ ਫਾਈਲ ਤਿਆਰ ਕਰੋ ਅਤੇ ਉਹਦੇ ਵਿੱਚ ਫਿਰ ਉਹਦੀ ਫਾਈਲ ਤਿਆਰ ਕਰਕੇ ਉਹਦਾ ਮੈਡੀਕਲ ਕਰਕੇ ਅਸੀਂ ਉਹਨਾਂ ਨੂੰ ਟਾਈਮ ਦੇ ਦਿੰਦੇ ਹਾਂ ਕਿ ਇਸ ਦਿਨ ਨੂੰ ਤੁਸੀਂ ਆ ਜਾਓ, ਕੱਲ੍ਹ ਆ ਜਾਓ, ਪਰਸੋਂ ਆ ਜਾਓ। ਹੁਣ ਅੱਜ 26 ਤਰੀਕ ਆ, ਕੱਲ੍ਹ ਨੂੰ 27 ਆ ਅਤੇ ਅਸੀਂ ਸਾਰਿਆਂ ਨੂੰ ਇਹ ਟਾਈਮ ਦਿੱਤਾ ਹੋਇਆ 26, 27, 28, 29, 30 ਤੱਕ ਦਿੱਤਾ ਹੋਇਆ ਅਤੇ 30 ਅਸੀਂ ਕਰਨੇ ਆ ਸਾਰੇ। ਅੱਜ ਮਹਾਰਾਜ ਜੀ ਪੂਰੇ ਭਾਰਤ ਲਈ ਪੂਰੇ ਵਰਲਡ ਲਈ ਬੜਾ ਮਾਣ ਵਾਲਾ ਦਿਨ ਆ। ਅੱਜ ਜਿਹੜਾ ਆ ਸਾਡੇ ਭਾਰਤ ਦਾ ਸੰਵਿਧਾਨ ਦਿਵਸ ਵੀ ਆ ਜੋ ਬਾਬਾ ਸਾਹਿਬ ਨੇ ਲਿਖਿਆ ਸੀ। ਇੱਥੇ ਥੋੜ੍ਹਾ ਜਿਹਾ ਸੰਗਤਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੀ? ਅਸੀਂ ਸਾਰੀ ਸੰਗਤ ਨੂੰ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਔਰ ਜੋ ਸਾਨੂੰ ਉਹਨਾਂ ਨੇ ਦਿੱਤਾ ਉਹਦਾ ਅਸੀਂ ਸਾਰੀਆਂ ਸੰਗਤਾਂ ਨੂੰ ਮੁਬਾਰਕ ਦਿੰਦੇ ਹਾਂ ਕਿਉਂਕਿ ਜਿਹੜੇ ਪਰਉਪਕਾਰੀ ਲੋਕ ਹੁੰਦੇ ਆ ਹਮੇਸ਼ਾ ਹੀ ਉਹ ਪਰਉਪਕਾਰ ਦੀ ਹੀ ਗੱਲ ਸੋਚਦੇ ਆ ਔਰ ਸਮਾਜ ਦੀ ਸੋਚਦੇ ਆ। ਜਿਨ੍ਹਾਂ ਨੇ ਸੰਵਿਧਾਨ ਬਣਾਇਆ ਕਿੰਨਾ ਟਾਈਮ ਲਾਇਆ ਉਹਨਾਂ ਨੇ 2 ਸਾਲ ਤੋਂ ਉੱਪਰ ਟਾਈਮ ਲਗਾਇਆ ਉਹਨਾਂ ਨੇ ਅਤੇ ਉਹ ਟਾਈਮ ਲਗਾ ਕੇ ਫਿਰ ਉਹਨਾਂ ਨੇ ਅੱਜ ਦੇ ਦਿਨ ਸਾਰਾ ਤਿਆਰ ਕਰਕੇ ਪਾਰਲੀਮੈਂਟ 'ਚ ਲੈ ਕੇ ਗਏ ਅਤੇ ਥੋੜ੍ਹੇ ਦਿਨਾਂ ਤੋਂ ਬਾਅਦ ਫਿਰ ਉਸ 'ਤੇ ਵਿਚਾਰ ਕਰਕੇ ਸਾਰੇ ਲਾਗੂ ਕੀਤਾ ਗਿਆ। ਅਤੇ ਉਹਨਾਂ ਲੋਕਾਂ ਦੀ ਬੜੀ ਦੇਣ ਆ ਡਾਕਟਰ ਸਾਹਿਬ ਜੀ ਦੀ ਔਰ ਜਿਤਨੇ ਵੀ ਬੁੱਧੀਜੀਵੀ ਨਾਲ ਜੁੜ ਕੇ ਉਹਨਾਂ ਜਿਨ੍ਹਾਂ ਨੇ ਕੰਮ ਕੀਤਾ ਸਭ ਤੋਂ ਜ਼ਿਆਦਾ ਡਾਕਟਰ ਸਾਹਿਬ ਜੀ ਦੀ ਸਾਨੂੰ ਦੇਣ ਆ ਕਿਉਂਕਿ ਉਹਨਾਂ ਨੇ ਦਿਨ ਨਹੀਂ ਦੇਖਿਆ, ਰਾਤ ਨਹੀਂ ਦੇਖੀ, ਪਰਿਵਾਰ ਨਹੀਂ ਦੇਖਿਆ, ਆਪਣਾ ਆਰਾਮ ਨਹੀਂ ਦੇਖਿਆ, ਆਪਣਾ ਸਰੀਰਕ ਤੌਰ 'ਤੇ ਉਹਨਾਂ ਨੇ ਕੁਛ ਨਹੀਂ ਦੇਖਿਆ, ਆਪਣੇ ਸਮਾਜ ਨੂੰ ਦੇਖਿਆ ਕਿ ਮੇਰਾ ਸਮਾਜ ਕਿਸ ਤਰ੍ਹਾਂ ਬਲਵਾਨ ਹੋ ਸਕਦਾ। ਅਤੇ ਵਿੱਦਿਆ ਤੋਂ ਬਿਨਾਂ ਬੰਦਾ ਕਦੀ ਭਾਵੇਂ ਕਿੰਨਾ ਮਰਜ਼ੀ ਜ਼ੋਰ ਹੋਵੇ ਜੋ ਮਰਜ਼ੀ ਹੋਵੇ ਲੇਕਿਨ ਵਿੱਦਿਆ ਤੋਂ ਬਿਨਾਂ ਬੰਦਾ ਕਮਜ਼ੋਰ ਹੈ। ਅਤੇ ਉਹਨਾਂ ਲੋਕਾਂ ਨੇ ਸੰਵਿਧਾਨ ਵੀ ਬਣਾਇਆ ਔਰ ਵਿੱਦਿਆ 'ਤੇ ਵੀ ਜ਼ੋਰ ਦਿੱਤਾ ਵੀ ਪੜ੍ਹੋ ਲਿਖੋ ਸੰਘਰਸ਼ ਕਰੋ ਤਾਂ ਤਦ ਹੀ ਸਾਡਾ ਜਿਹੜਾ ਸਮਾਜ ਆ ਉਹ ਕਾਮਯਾਬ ਹੋ ਸਕਦਾ। ਦੂਜੇ ਲੋਕ ਜਿਹੜੇ ਆ ਉਹ ਪੈਸੇ ਦੇ ਜ਼ੋਰ 'ਤੇ ਉਹਨਾਂ ਦੇ ਕੋਲ ਪ੍ਰਾਪਰਟੀਆਂ ਹੈਗੀਆਂ, ਸਾਡੇ ਕੋਲ ਕੋਈ ਪ੍ਰਾਪਰਟੀ ਨਹੀਂ ਹੈਗੀ, ਸਾਡੇ ਕੋਲ ਕੋਈ ਉੱਦਾਂ ਦੀ ਚੀਜ਼ ਨਹੀਂ ਹੈਗੀ ਜਿਹੜੀ ਸਾਡੇ ਸਮਾਜ ਦੇ ਵਿੱਚ ਸਹਾਇਕ ਬਣ ਸਕੇ। ਅਤੇ ਅਸੀਂ ਤਾਂ ਮਿਹਨਤੀ ਲੋਕ ਆ, ਮਿਹਨਤ ਕਰਕੇ ਰੋਟੀ ਰੋਜੀ ਖਾਣੀ ਆ। ਅਤੇ ਉਹਨਾਂ ਲੋਕਾਂ ਨੇ ਜਿਸ ਤਰ੍ਹਾਂ ਮਿਹਨਤ ਵੀ ਕਰਦਿਆਂ ਹੋਇਆਂ ਨਾਲ ਸਾਨੂੰ ਇਹ ਵੀ ਚਾਹੀਦਾ ਵੀ ਕੋਈ ਸਾਡੇ ਵੱਲ ਕੋਈ ਅੱਖ ਭਰ ਕੇ ਨਾ ਦੇਖੇ ਅਤੇ ਸਾਨੂੰ ਕੋਈ ਗੁੰਮਰਾਹ ਨਾ ਕਰੇ।
तो उन्होंने लोगों ने सारे विश्व ऐसी कि भारत का नहीं सारे विश्व का क्योंकि साढ़े लोग सारे विश्व में बैठे आ वो अनुसार ही विचरते आ संविधान लैके बैठे आ कोई भी गल होंदी है तो असीं वो डॉक्टर साहब जी का जो संविधान है उही दसदे कि साढ़े कोल बहुत कुछ आ बड़ी साढ़े कोल ताकत आ तो अज के दिन तो असीं बहुत माण महसूस करते हैं और खुशी महसूस करते हैं और बहुत वड्डी जो घालना घाल के अज साढ़े सारे समाज नूं नहीं सारे विश्व नूं उन्होंने दिता असीं कोट न कोट धन्नवाद करते डॉक्टर साहब जी का तो जिन्हों ने इन्ना मेहनत करके साढ़े समाज लिए सोचा। बहुत बहुत धन्यवाद महाराज जी। परम सत्कारयोग गुरु साध संगत जी देख रहे हो तुसी जनतक टीवी जो साड़ी सारी कवरेज कर रहा और ये नाल बड़ी बान की गल है कि साडा जनतक टीवी की जी टीम है वह भी नाल सेवा निभा रही है और माता जी नूं दवाई दस रहे आ भैणा रेखा जी और बहुत विस्तार के नाल जिहड़ा अंदरों नहीं पता लगता वो बाहर आके अपना समझते आ दवाई नूं। तो आओ मैं थानूं दिखा रहा भैणा रेखा जी जो बड़े देख रहे हैं कि जिस तरह मीडिया काम कर रहा उस तरह नाल सेवा भी निभा रहे हैं मरीज़ों नूं नाल लैके जनतक टीवी जितने भी टीम है नाल उन्होंने हैल्प भी कर रहे हैं उन्होंने दस भी रहे हैं तुसीं दवाई किद्दां खानी आ और किस तरह रहना घर जाके तो कित्थे पहुँचना की करना सारा ही उन्होंने नाल समझा भी रहे हैं। तो माता जी कोई तकलीफ तो नहीं हुई? नहीं कित्थों आए तुसीं? सेखियां तो और वो जो शेखे है किहड़े शेखे शेखे तो कई होर भी एक शेखे है मुबारकपुर शेखे तो तुहाडे नाल आए आ? अच्छा कोई तकलीफ तो नहीं हुई? नहीं तो तुसीं हुण साडे कोल रहना कि घर नूं जाना? अभी हम चल जाना। कौन लैन आए तुहानूं? मुंडा आउंदा ठीक है। कोई रोटी पानी मिलिया? हाँ जी मिलिया सब कुछ बहुत किसी दबका दुबका तो नहीं मारिया कोई? नहीं बाबा जी चल ठीक है बहुत वधिया देख लो ये मीडिया भी हैगा खबरां भी तुहाडियां पहुंचाउंदे ते तुहाडे नाल सेवा भी करदे आ देख लो बाबा जी तुहाडी बहुत इदां हाँ बहुत तरक्की देवे मालक कृपा कर इहो सीसां लगणियां। चलो जी बिठाओ इन्हां नूं गड्डी विच ते गड्डी इन्हां दी आ चली आ ते तुसीं भावां पौड़ी विच बिठाओ ते उन्हां नूं आपे ले जाणा अगे जा। जय गुरुदेव जय भीम जी। इस टाइम असीं मौजूद हैं संत बाबा प्रीतम दास जी मेमोरियल चैरिटेबल हॉस्पिटल रायपुर सूरपुर विखे और आप जी नाल रूबरू करवाने मैडम संतोष कुमारी जी नारी शक्ति फाउंडेशन भारत के जो प्रधान जी हैं और मैडम जी को जानते हैं कि अज वो इस टाइम तकरीबन 7:15 हो गए हैं और जोड़े अज ऑपरेट 4 दिन तो चल रहे हैं और अज भी तकरीबन 30 के करीब जोड़े ऑपरेशन हो चुके हैं और जड़ियाँ उन्होंने तो जानते भी जोड़े हर रोज़ ऑपरेशन हो रहे हैं या जोड़े होर भी पर्चियाँ कटवा के आ रहे हैं कि उन्होंने ऑपरेशन भी किए जा रहे हैं। हाँ जी जय गुरुदेव धन गुरुदेव। सब तो पहले तो मैं जनतक टीवी का बहुत धन्यवाद करती हाँ जो संत बाबा प्रीतम दास मैमोरियल चैरिटेबल हॉस्पिटल विखे तुसीं पहुँचे हो तो सारी कवरेज कर रहे हो जो 22 तरीक तो ये अखां दा फ्री मैडिकल और चैकअप एंड लेंस का जो कैंप लग्या हुआ है। तो अज 5वां दिन है एतवार तो लगातार जो 2000 के करीब OPD हुई सी अपनी तो उसके बाद सोमवार तो लगातार ऑपरेट हो रहे हैं और जिन्होंने ऑपरेट करते हैं उन्होंने रात रख के नैक्सट दिन छुट्टी की जाती है और वो साढ़े को रोज़ ही रोज़ OPD भी आ रही है। जिस तरह सोमवार के साढ़े को 25 के करीब OPD सी कल मंगलवार से कल साढ़े को 60 के करीब OPD आई है अज भी 20 तो 25 के करीब OPD अपनी आई है और सारिਆਂ ਦੇ ही सिलेक्शन की जा रही है। तो ये जोड़ा कैंप जो ऑपरेशन है ये जो तक भी चले चाहे मंगलवार को समाप्ति हो चाहे बुधवार को समाप्ति हो इस तरह ही ऑपरेशन चलेंगे। अज बहुत इतिहासक दिन भी आ अज संविधान दिन भी आ संविधान दिवस भी आ तो अज जिथे बाबा साहब ने सानू हक्कां की राखी करना संविधान दे विच दस्सिया है ਜਾਂ ਸਾਨੂੰ ਕਾਨੂੰਨ ਲੈ ਕੇ ਦਿੱਤੇ ਆ ਜਿਹੜੇ ਹੱਕ ਲੈ ਕੇ ਦਿੱਤੇ ਆ ਅੱਜ ਜਿਹੜਾ ਆ ਮੇਰੇ ਹਿਸਾਬ ਨਾਲ ਸਮਰਪਿਤ ਹੀ ਅੱਜ ਉਹਨਾਂ ਨੂੰ ਇਹ ਦਿਨ। बाबा साहब डॉक्टर भीमराव अम्बेडकर जी देश के पहले कानून मंत्री बने और जिन्होंने सर्वोच्चम जो संविधान है सर्वोत्तम संविधान है भारत का लिखा है और मैं ये कहने कोई अतकथनी नहीं होएगी कि साडा सब तो पवित्र ग्रंथ है क्योंकि बाबा साहब डॉक्टर अम्बेडकर जी ड्राफ्टिंग कमेटी सी संविधान लिखण वाली वो चेयरमैन बने। चेयरमैन बनने तो बाद उन्होंने 2 साल 11 महीने 18 दिन इस संविधान को लिखण लई लाए और बड़ियां प्रॉब्लम आईयां बड़ियां मुश्किल आईयां बार बार दी फाइनल टच देने वास्ते उन्होंने देना पैंदा सीगा लेकिन कोई ना कोई मिसटेक्स विच कढ़दे सन लेकिन इन्ना टाइम ला के दिन रात उन्होंने मेहनत की तो अल्टीमेटली 26 नवंबर 1949 ये अज के दिन संविधान जो कंप्लीट हो गया और संसद पास हो गया सी फाइनल जी सिग्नेचर से संसद अज के दिन हो गए सन।
ਇਹ ਉਹ ਗ੍ਰੰਥ ਹੈ ਜਿਹਦੇ ਵਿੱਚ ਇਕੁਐਲਿਟੀ, ਸਾਂਝੀਵਾਲਤਾ ਔਰ ਸਭ ਤੋਂ ਵੱਡਾ ਇਹ ਹੈ ਕਿ ਜਿਹੜਾ ਨਾਰੀ ਵਰਗ ਨੂੰ, ਔਰਤ ਵਰਗ ਨੂੰ ਮਰਦਾਂ ਦੇ ਬਰਾਬਰ ਜਿਹੜੇ ਅਧਿਕਾਰ ਆ ਉਹ ਸੰਵਿਧਾਨ ਦੇ ਵਿੱਚ ਹਨ। ਐਜੂਕੇਸ਼ਨ ਦਾ, ਪੜ੍ਹਨ ਦਾ ਅਧਿਕਾਰ ਵੀ ਉਹ ਸੰਵਿਧਾਨ ਦੇ ਵਿੱਚ ਹੈ। ਔਰ ਇਹ ਜੋ ਸੰਵਿਧਾਨ मैं समझती हाँ कि गुरु रविदास जी महाराज का जो बेगमपुरा संकल्प सी, बेगमपुरा शहर को नाओ दुख अंधो नहीं ते ठाओ, ओहो जिहा देश, ओहो जिहा शहर जिथे किसी को दुख, कोई तकलीफ, कोई ऊच नीच, कोई जात पात ना होवे। ये संविधान वो बिल्कुल हूबहू बेगमपुरे का बिल्कुल उस तरह ही लिखा हुआ है और उन्होंने बेगमपुरा वसाया है देश के विच। पर अज कई प्रॉब्लम आ रही कि पर जो संविधान है ये पूरी तरह लागू किया नहीं जा रहा। मैडम हमें पता भी नहीं है कई लोगों को भी संविधान है कि या साढ़े लोग पढ़ते नहीं है। देखो ਜਿਹੜੇ ਸਦੀਆਂ ਤੋਂ ਲੋਕ ਲਤਾੜੇ ਹੋਏ ਸਨ, ਜਿਹਨਾਂ ਨੂੰ ਐਜੂਕੇਸ਼ਨ ਅਧਿਕਾਰ ਹੀ ਨਹੀਂ ਸੀ, ਹੁਣ ਮਾੜਾ ਮੋਟਾ ਪੜ੍ਹ ਕੇ ਉਹ ਤਾਂ ਆਪਣਾ ਰੋਟੀ ਪਾਣੀ ਦੇ ਨੂੰ ਲਾਲੇ ਪਏ ਨੇ, ਕੋਈ ਮਾੜੀ ਮੋਟੀ ਨੌਕਰੀਆਂ ਕਰਦੇ ਨੇ, ਕੋਈ ਛੋਟੇ ਮੋਟੇ ਬਿਜ਼ਨਸ ਕਰਦੇ ਨੇ ਔਰ ਉਹਦੇ ਵਿੱਚ ਉਹਨਾਂ ਦਾ ਧਿਆਨ ਨਹੀਂ ਹੈ। ਪਰ ਅੱਜ ਜਿਸ ਤਰ੍ਹਾਂ ਬੜੀ ਜਾਗਰਤੀ ਆ ਗਈ, ਜੋ ਪੜ੍ਹਿਆ ਲਿਖਿਆ ਵਰਗ ਹੈ ਉਹ ਅੱਜ ਬੜਾ ਪ੍ਰਚਾਰ ਕਰ ਰਿਹਾ ਹੈ। तो अज मैं समझी कि 30-40% के करीब जो संविधान का प्रचार हो रहा है और आने वाले समय के पूरा प्रचार हो जाएगा, क्योंकि कोई संस्था, कोई सोसाइटी बनती तो संविधान बनना बहुत जरूरी है। इसी तरह जो साडा देश आज़ाद होया 1947 के देश आज़ाद नूं अपना संविधान बड़ा जरूरी सीगा, तो ये संविधान बनया और जिहड़ा संविधान के जो नॉर्म्स हैं ਉਹਦੇ ਅਕੋਰਡਿੰਗ ਸਾਡਾ ਦੇਸ਼ ਚੱਲ ਰਿਹਾ ਹੈ। ਪਰ ਪ੍ਰੋਬਲਮ ਇਹ ਹੈਗੀ ਆ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਜਿਹੜੀਆਂ ਚੁਣਦੇ ਹਾਂ, ਕਿਉਂਕਿ ਸੰਵਿਧਾਨ ਦੇ ਮਾਧਿਅਮ ਤੋਂ ਹੀ ਸਾਨੂੰ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ ਦਾ ਵੋਟ ਦੇ ਰਾਹੀਂ ਅਧਿਕਾਰ ਮਿਲਿਆ ਸੀ ਔਰ ਸਾਡਾ ਜੋ ਸੰਵਿਧਾਨ ਹੈ ਉਹ ਲੋਕਤਾਂਤਰਿਕ ਸਾਡਾ ਸੰਵਿਧਾਨ ਹੈ ਔਰ ਲੋਕਾਂ ਦੀ ਆਵਾਜ਼ ਹੈ। तो अज किते ना किते साड़ियाँ जिहड़ियां सरकारां दी मनमर्जी हैगी आ कि जिहड़ी सरकार आंदी है कोई ना कोई चेंज करके जो उन्हां नूं सूट करदा है ਉਹਦੇ अकॉर्डिंग चेंज कर लैंदी है। कुछ ਜਿਹੜੀਆਂ ਮਨੂਵਾਦੀ ਜਿਹੜੀਆਂ ਤਾਕਤਾਂ ਆ ਉਹ ਸੰਵਿਧਾਨ ਨੂੰ ਬਦਲਣ ਦੇ ਵਿੱਚ ਸਾਡੇ ਤੱਕ ਵੀ ਆਪਣਾ ਪੂਰਾ ਜ਼ੋਰ ਲਾ ਰਹੀਆਂ। देखो जो कहते ਜਿਹੜਾ ਸਾਡਾ ਦੇਸ਼ है ना, ये महापुरखों का संतां महापुरखों का देश है। ਅਸੀਂ प्रचार तो महापुरखों का करते हैं, गुरु नानक पातशाह की बाणी का प्रचार, गुरु रविदास जी महाराज की बाणी का प्रचार करते, गुरु गोबिंद सिंह की बाणी का प्रचार करते हैं, लेकिन ਅਸੀਂ ਉੱਤੇ अमल नहीं करते। ਜਦੋਂ ਕਹਿੰਦੇ ਮਾਨਸ ਕੀ ਜਾ ਸਭੇ ਕੇ ਪਹਿਚਾਨ वो ਇਸ ਤੇ ਪਹਿਰਾ ਦੇਣਾ ਸ਼ੁਰੂ ਕਰ ਦੇਣਗੇ तो ਇਹ ਜਿਹੜੀਆਂ ਚੀਜ਼ਾਂ ਆ ਪੂਰੀ ਤਰ੍ਹਾਂ ਹਰ ਇਨਸਾਨ ਦੀ ਜਿਹੜੀ ਕਦਰ ਕਰਨਾ ਸਿੱਖ ਜਾਣਗੇ। तो ਮੇਰੇ ਖਿਆਲ ਫਿਰ ਇਸ ਸੰਵਿਧਾਨ ਵਿੱਚ ਕੋਈ ਛੇੜਛਾੜ ਨਹੀਂ ਕਰਨਗੇ, ਸੰਵਿਧਾਨ ਨੂੰ ਪੂਰੀ ਤਰ੍ਹਾਂ ਇੰਪਲੀਮੈਂਟ ਕਰ ਦੇਣਗੇ। ਅੱਜ ਦੇ ਜਿਹੜੇ ਮੌਕੇ ਤੇ ਇਤਿਹਾਸਕ ਦਿਨ ਤੇ ਕੀ ਸੰਦੇਸ਼ ਦੇਣਾ ਚਾਹੁੰਦੇ? मैं अज के दिन ते जो संविधान दिवस है सारे ही देश भर दी संगतां नूं लख लख मुबारकबाद दिंदी हाँ। आओ परण करिए, बाबा साहब डॉक्टर अंबेडकर का जो संविधान है उसकी राखी करिए और उन्हां दीयां जो दित्तियां होईयां सानूं संदेश है असी उन्हां नूं संभालीए और उन्हां दी दित्ती हुई विरासत, भारत का संविधान साडी विरासत है और इहनूं आपां संभालीए। आओ आपां सारे एकजुट हो के मानवता की भलाई लई एक कदम अगे वधाईए। जो साडे देश विच बड़ी अज ऊच नीच जात पात दा कोड़ फैलिया होया है, मेरी गरीबी का कोड़ फैलिया होया, आप इहनूं जड़ों पुट्टीए और सारिਆਂ ਨੂੰ इंसान समझिए, क्योंकि मानस की जात सभ्य के पहचान वो एक पिता एक इसके ਭੈਣ ਭਰਾਵਾਂ ਦੀ ਤਰ੍ਹਾਂ ਬਣ ਕੇ ਆਪਾਂ ਦੇਸ਼ ਦੀ ਡਿਵੈਲਪਮੈਂਟ ਵੱਲ ਧਿਆਨ ਦੇਈਏ। तो मैं जनतक टीवी के माध्यम तो सारे देशवासियों को कुछ संदेश जान देना चाहती हाँ। आओ ਆਪਾਂ ਭਾਈਵਾਲੀ ਭਰਾਵਾਂ ਦੀ ਤਰ੍ਹਾਂ ਭੈਣਾਂ ਦੀ ਤਰ੍ਹਾਂ ਰਹਿ ਕੇ ਦੇਸ਼ ਦੀ ਡਿਵੈਲਪਮੈਂਟ ਵੱਲ ਧਿਆਨ ਦੇਈਏ ਔਰ ਆਪਣੇ ਨਾਗਰਿਕਾਂ ਦੀ ਡਿਵੈਲਪਮੈਂਟ ਵੱਲ ਧਿਆਨ ਦੇਈਏ, ਦੇਸ਼ ਨੂੰ ਉੱਚਾ ਚੁੱਕਣ ਵਾਸਤੇ ਧਿਆਨ ਦੇਈਏ ਔਰ ਆਪਣੀ ਜੋ ਐਜੂਕੇਸ਼ਨ ਹੈ, ਅੱਜ ਸਾਡੀ ਐਜੂਕੇਸ਼ਨ ਦਾ ਮਿਆਰ ਬਹੁਤ ਗਿਰਿਆ ਹੋਇਆ, ਉਹਨੂੰ ਵਧੀਆ ਕਰਨ ਦਾ ਧਿਆਨ ਦੇਈਏ ਔਰ ਜੋ ਮੈਡੀਕਲ ਫੈਸਿਲਿਟੀ ਸਾਡੇ ਕੋਲ ਨਹੀਂ ਹਨ ਪ੍ਰੋਪਰ, क्योंकि कोविड-19 ਦੇ ਵਿੱਚ ਤੁਸੀਂ ਦੇਖਿਆ ਹੈ ਕਿੰਨੇ ਹਾਲਾਤ ਮਾੜੇ ਸਨ। ਜਿਹੜੀਆਂ ਚੀਜ਼ਾਂ ਸਾਡੇ ਦੇਸ਼ ਦੇ ਵਿੱਚ ਸਾਡੇ ਨਾਗਰਿਕ ਨੂੰ ਚਾਹੀਦੀਆਂ ਹਨ ਤਾਂ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਨ ਵੱਲ ਧਿਆਨ ਦੇਈਏ, ਨਾ ਕਿ ਆਪਾਂ ਉਸ ਦੀ ਜਾਤ ਪਾਤ ਫੈਲਾਈਏ। ਅੱਜ ਦੇ ਸੰਵਿਧਾਨ ਦਿਵਸ 'ਤੇ ਇੱਕੋ ਹੀ ਮੇਰਾ ਸੰਦੇਸ਼ ਹੈ, ਆਓ ਆਪਾਂ ਸਾਰੇ ਰਲ ਮਿਲ ਕੇ ਦੇਸ਼ ਨੂੰ ਖੁਸ਼ਹਾਲ ਬਣਾਈਏ, ਸੋਨੇ ਦੀ ਚਿੜੀਆ ਬਣਾਈਏ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਜੈ ਹਿੰਦ। ਜੀ ਜੋ ਸਮਾਜ ਦੇ ਵਿੱਚ ਹਮੇਸ਼ਾ ਹੀ ਆਪਣੀਆਂ ਬੜਮੁੱਲੀਆਂ ਸੇਵਾਵਾਂ ਨਿਭਾਉਂਦੇ ਹਨ, ਤਾਂ ਇਹਨਾਂ ਨੇ ਵੀ ਕਿਹਾ ਕਿ ਸਾਨੂੰ ਸੰਵਿਧਾਨ ਤੋਂ ਜਾਣੂ ਹੋਣਾ ਚਾਹੀਦਾ, ਜੋ ਉਹਨਾਂ ਦੇ ਵਿੱਚ ਕਾਨੂੰਨ ਬਾਬਾ ਸਾਹਿਬ ਨੇ ਸਾਨੂੰ ਜਗ ਦਿੱਤੇ, ਹੱਕ ਲੈ ਦਿੱਤੇ, ਉਸ ਤੋਂ ਜ਼ਰੂਰ ਜਾਣੂ ਹੋਈਏ, ਆਪ ਪੜ੍ਹੀਏ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਈਏ। ਜੈ ਗੁਰਦੇਵ, ਜੈ ਪੀਰ।